ਸਤਿ ਸ਼੍ਰੀ ਅਕਾਲ ਸਟੂਡੈਂਟਸ। ਲਾਸਟ ਟਾਈਮ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਮਟੀਰੀਅਲ ਦੇ ਵਿੱਚ ਆਪਾਂ ਕੁਝ ਟੌਪਿਕ ਕਰ ਰਹੇ ਸੀ ਆਪਾਂ ਇੱਕ ਜਿਹਦਾ ਨਾਮ ਸੀ ਕੰਡਕਟਿੰਗ ਮਟੀਰੀਅਲ। ਸੋ ਉਹਦੇ ਬਾਰੇ ਕਾਫੀ ਡਿਟੇਲ ਦੇ ਵਿੱਚ ਆਪਾਂ ਪੜ੍ਹ ਲਿਆ ਸੀਗਾ ਕਿ ਕੰਡਕਟਿੰਗ ਮਟੀਰੀਅਲ ਜਿਹੜੇ ਹੁੰਦੇ ਆ ਉਹ ਕੀ ਹੁੰਦੇ ਆ, ਕਿਹੜੇ ਰੈਜ਼ਿਸਟਿਵਿਟੀ ਕੀ ਚੀਜ਼ ਹੁੰਦੀ ਹੈ, ਰੈਜ਼ਿਸਟੈਂਸ ਕੀ ਚੀਜ਼ ਹੁੰਦੀ ਹੈ, ਕਿਹੜੇ ਫੈਕਟਰਸ ਹੁੰਦੇ ਆ ਜਿਹੜੇ ਰੈਜ਼ਿਸਟਿਵਿਟੀ ਨੂੰ ਇਫੈਕਟ ਕਰਦੇ ਆ। ਇਸ ਤੋਂ ਇਲਾਵਾ ਆਪਾਂ ਇਹ ਵੀ ਪੜ੍ਹਿਆ ਸੀਗਾ ਕਿ ਜਿਹੜੇ ਆਪਣੇ ਕੰਡਕਟਿੰਗ ਮਟੀਰੀਅਲ ਹੁੰਦੇ ਆ ਇਹਨਾਂ ਨੂੰ ਆਪਾਂ ਕਿੱਦਾਂ ਕਲਾਸੀਫਾਈ ਕਰਦੇ ਹਾਂ। ਠੀਕ ਹੈ। ਸੋ ਲੋ ਰੈਜ਼ਿਸਟੈਂਸ ਦਾ ਲੋ ਰੈਜ਼ਿਸਟਿਵਿਟੀ ਕੰਡਕਟਿੰਗ ਮਟੀਰੀਅਲ ਹਾਈ ਰੈਜ਼ਿਸਟਿਵਿਟੀ ਕੰਡਕਟਿੰਗ ਮਟੀਰੀਅਲ ਹੁੰਦੇ ਆ। ਸੋ ਸਭ ਤੋਂ ਪਹਿਲਾਂ ਆਪਾਂ ਜਿਹੜਾ ਡਿਸਕਸ ਕਰ ਰਹੇ ਸੀ ਉਹ ਸੀ ਲੋ ਰੈਜ਼ਿਸਟਿਵਿਟੀ ਕੰਡਕਟਿੰਗ ਮਟੀਰੀਅਲ, ਜਿਹਦੀਆਂ ਪ੍ਰੋਪਰਟੀਜ਼ ਵੀ ਆਪਾਂ ਡਿਸਕਸ ਕਰ ਰਹੀਆਂ ਸੀ। ਸੋ ਅੱਜ ਆਪਾਂ ਸਟਾਰਟ ਕਰਨਾ ਹੈ ਵੀ ਜਿਹੜੇ ਆਪਣੇ ਕੰਡਕਟਿੰਗ ਮਟੀਰੀਅਲ ਲੋ ਰੈਜ਼ਿਸਟਿਵ ਕੰਡਕਟਿੰਗ ਮਟੀਰੀਅਲ ਹੁੰਦੇ ਆ ਉਹ ਕਿੰਨੇ ਤਰ੍ਹਾਂ ਦੇ ਹੁੰਦੇ ਆ, ਯਾਨੀ ਕਿ ਉਹ ਮਟੀਰੀਅਲ ਜਿਨ੍ਹਾਂ ਦੀ ਰੈਜ਼ਿਸਟੈਂਸ ਘੱਟ ਹੁੰਦੀ ਆ ਉਹ ਕਿਹੜੇ ਮਟੀਰੀਅਲ ਹੁੰਦੇ ਆ, ਕਿਹੜੇ ਆਪਾਂ ਜ਼ਿਆਦਾ ਯੂਜ਼ ਕਰਦੇ ਹਾਂ ਜਾਂ ਘੱਟ ਯੂਜ਼ ਕਰਦੇ ਹਾਂ। ਸੋ ਸਾਰੀਆਂ ਆਪਾਂ ਟਾਈਪਸ ਅੱਜ ਪੜ੍ਹਨੀਆਂ ਆ। ਸੋ ਉਹਦੇ ਵਿੱਚ ਆਪਾਂ ਫਸਟ ਟਾਈਪ ਜਿਹੜੀ ਅੱਜ ਪੜ੍ਹਨੀ ਕਰਨ ਲੱਗੇ ਹਾਂ ਪੜ੍ਹਨ, ਉਹ ਹੈ ਗੋਲਡ ਐਂਡ ਸਿਲਵਰ। ਗੋਲਡ ਅਤੇ ਸਿਲਵਰ ਇਹ ਦੋਨੋਂ ਹੀ ਬਹੁਤ ਵਧੀਆ ਕੰਡਕਟਰ ਹੁੰਦੇ ਆ ਇਲੈਕਟ੍ਰੀਸਿਟੀ ਦੇ। ਇਹਨਾਂ ਨੂੰ ਕਾਫੀ ਘੱਟ ਯੂਜ਼ ਕਰਦੇ ਆ, ਬਟ ਬਿਕੋਜ਼ ਘੱਟ ਇਸ ਕਰਕੇ ਯੂਜ਼ ਕਰਦੇ ਬਿਕੋਜ਼ ਤੁਹਾਨੂੰ ਵੀ ਪਤਾ ਵੀ ਆਪਣਾ ਜਿਹੜਾ ਗੋਲਡ ਸੋਨਾ ਹੁੰਦਾ ਹੈ, ਚਾਂਦੀ ਹੁੰਦੀ ਹੈ, ਉਹਦੀ ਜਿਹੜੀ ਕੀਮਤ ਹੁੰਦੀ ਆ ਉਹ ਬਹੁਤ ਜ਼ਿਆਦਾ ਹੁੰਦੀ ਹੈ। ਬਟ ਇਹਨਾਂ ਦੇ ਵੈਸੇ ਆ ਦੇਖਿਆ ਜਾਵੇ ਤਾਂ ਇਹਨਾਂ ਦੀ ਐਡਵਾਂਟੇਜ ਆਪਾਂ ਨੂੰ ਇਹ ਹੁੰਦੇ ਆ ਗੋਲਡ ਅਤੇ ਸਿਲਵਰ ਦੋਨਾਂ ਦੇ ਕਿ ਇਹਨਾਂ ਦਾ ਨਾ ਜਿਹੜਾ ਮੈਲਟਿੰਗ ਪੁਆਇੰਟ ਹੁੰਦਾ ਆ ਉਹ ਬਹੁਤ ਜ਼ਿਆਦਾ ਟੈਂਪਰੇਚਰ ਦੇ ਉੱਪਰ ਇਹ ਮੈਲਟ ਕਰਦੇ ਆ। ਸੋ ਇਸ ਕਰਕੇ ਇਹਨਾਂ ਨੂੰ ਆਪਾਂ ਯੂਜ਼ ਕਰ ਲੈਂਦੇ। ਤੁਸੀਂ ਦੇਖਿਆ ਵੀ ਹੋਣਾ ਜਿਹੜੇ ਗੋਲਡ ਦਾ ਕੰਮ ਕਰਦੇ ਆ, ਜਿਨ੍ਹਾਂ ਦੀਆਂ ਗੋਲਡ ਸ਼ਾਪਸ ਹੁੰਦੀਆਂ, ਉਹ ਜਦੋਂ ਵੀ ਉਹਨਾਂ ਨੇ ਗੋਲਡ ਨੂੰ ਮੈਲਟ ਕਰਨਾ ਹੋਵੇ ਨਾ ਉਹ ਇੱਕ ਸਪੈਸ਼ਲ ਵਾਈਟ ਜਿਹੜਾ ਹੁੰਦਾ ਨਾ ਪਾਊਡਰ ਲਗਾ ਕੇ ਉਹਨੂੰ ਮੈਲਟ ਕਰਦੇ ਆ, ਅਦਰਵਾਈਜ਼ ਉਹ ਮੈਲਟ ਨਹੀਂ ਹੁੰਦਾ। ਇੰਨਾ ਜ਼ਿਆਦਾ ਹਾਈ ਮੈਲਟਿੰਗ ਪੁਆਇੰਟ ਹੁੰਦਾ ਗੋਲਡ ਦਾ। ਇਸ ਕਰਕੇ ਵੀ ਗੋਲਡ ਨੂੰ ਜਿਹੜਾ ਬਹੁਤ ਵਧੀਆ ਕੰਡਕਟਰ ਮੰਨਿਆ ਗਿਆ ਹੈ। ਬਟ ਇਹਨਾਂ ਨੂੰ ਆਪਾਂ ਇਹਦੀ ਜ਼ਿਆਦਾ ਕੋਸਟ ਕਰਕੇ ਹੀ ਆਪਾਂ ਯੂਜ਼ ਨਹੀਂ ਕਰਦੇ। ਬਟ ਹਾਂ ਸਿਲਵਰ ਜਿਹੜਾ ਸਿਲਵਰ ਨੂੰ ਆਪਾਂ ਯੂਜ਼ ਕਰ ਲੈਂਦੇ ਹਾਂ। ਸਿਲਵਰ ਨੂੰ ਆਪਾਂ ਕਿਸੇ ਮਟੀਰੀਅਲ ਜਿਹੜੇ ਦਾ ਆਪਣਾ ਕੰਟੈਕਟ ਬਣਾਉਣ ਵਾਸਤੇ ਵੀ ਯੂਜ਼ ਕਰ ਸਕਦੇ ਹਾਂ। ਅਤੇ ਇੱਕ ਆਪਣੇ ਕੋਲ ਨਾ HRC ਫਿਊਜ਼ ਹੁੰਦਾ ਆ, ਹਾਈ ਰਪਚਰਿੰਗ ਕਪੈਸਿਟੀ ਫਿਊਜ਼। HRC ਦੀ ਫੁੱਲ ਫਾਰਮ ਹੈ ਹਾਈ ਰਪਚਰਿੰਗ ਕਪੈਸਿਟੀ। ਇਹ ਆਪਣੇ ਸਬ ਸਟੇਸ਼ਨਸ ਦੇ ਉੱਪਰ ਫਿਊਜ਼ ਯੂਜ਼ ਹੁੰਦੇ ਆ, ਲਿਖਿਆ ਵੀ ਹੈ ਦੇਖੋ HRC ਫਿਊਜ਼ ਆ। ਸਬ ਸਟੇਸ਼ਨਸ 'ਤੇ ਆਪਾਂ ਇਹਨੂੰ ਯੂਜ਼ ਕਰਦੇ ਹਾਂ। 400 ਵੋਲਟ ਦਾ ਫਿਊਜ਼ ਹੁੰਦਾ ਇਹ। ਸੋ ਉਹ ਜਿਹੜਾ ਫਿਊਜ਼ ਹੁੰਦਾ ਉਹਦੇ ਵਿੱਚ ਆਪਾਂ ਜਿਹੜੀ ਵਾਇਰ ਯੂਜ਼ ਕਰਦੇ ਹਾਂ, ਫਿਊਜ਼ ਵਾਇਰ ਜਿਹੜੀ ਹੁੰਦੀ ਆ ਉਹ ਆਪਾਂ ਸਿਲਵਰ ਮਟੀਰੀਅਲ ਦੀ ਬਣਾਉਂਦੇ ਹਾਂ। ਸਿਰਫ ਇਹੀ ਸਿਲਵਰ ਦਾ ਆਪਾਂ ਮੋਸਟਲੀ ਯੂਜ਼ ਕਰਦੇ ਹਾਂ, ਇੱਕ ਕੰਟੈਕਟ ਬਣਾਉਣ ਵਾਸਤੇ ਅਤੇ ਇੱਕ HRC ਫਿਊਜ਼ ਵਾਸਤੇ। ਜਿਹੜਾ ਗੋਲਡ ਹੁੰਦਾ ਆ, ਗੋਲਡ ਨੂੰ ਆਪਾਂ ਜਿਹੜਾ ਹੁੰਦਾ ਮੋਸਟਲੀ ਯੂਜ਼ ਕਰਦੇ ਹਾਂ ਜਿਹੜੀਆਂ ਆਪਣੇ ਕੰਪਿਊਟਰ ਦੀਆਂ ਚਿਪਸ ਹੁੰਦੀਆਂ ਨਾ, ਜਿਹੜੇ IC ਹੋ ਗਏ, ਚਿਪਸ ਹੋ ਗਈਆਂ, ਉਹਨਾਂ ਵਿੱਚ ਆਪਾਂ ਗੋਲਡ ਯੂਜ਼ ਕਰਦੇ ਹਾਂ। ਬਟ ਬਹੁਤ ਘੱਟ ਵੈਲਿਊ ਦੇ ਵਿੱਚ, ਬਹੁਤ ਜ਼ਿਆਦਾ ਨਹੀਂ, ਬਹੁਤ ਘੱਟ ਯੂਜ਼ ਕਰਦੇ ਹਾਂ ਗੋਲਡ ਨੂੰ। ਸੋ ਇਹ ਹੁਣ ਤੁਸੀਂ ਖੋਲ੍ਹ ਕੇ ਚੈੱਕ ਨਾ ਕਰਨ ਲੱਗ ਪਈਓ ਵੀ ਚਿਪ ਦੇ ਵਿੱਚ ਸੋਨਾ ਹੈਗਾ ਕਿ ਨਹੀਂ ਹੈਗਾ। ਮੈਂ ਤਾਂ ਆਪਣਾ ਕੰਪਿਊਟਰ ਖੋਲ੍ਹ ਕੇ ਦੇਖਣਾ, ਠੀਕ ਹੈ। ਬਟ ਉਹਨਾਂ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ। ਸਿਲਵਰ ਨੂੰ ਵੀ ਆਪਾਂ ਯੂਜ਼ ਕਰਦੇ ਹਾਂ ਐਜ਼ ਅ ਫਿਊਜ਼ ਹੀ ਯੂਜ਼ ਕਰਦੇ ਹਾਂ। ਕੁਛ ਦੀਆਂ ਪਰਟੀਕੂਲਰਸ ਆ ਇਹਨਾਂ ਦੇ, ਇਹ ਤੁਸੀਂ ਆਪਣੀਆਂ ਨਾ ਨੋਟਬੁੱਕ 'ਤੇ ਨੋਟਸ ਵੀ ਕਰ ਲਿਓ, ਬਜਾਏ ਇਹਦੇ ਕਿ ਤੁਹਾਨੂੰ ਇੱਕ ਪੈਰਾਗ੍ਰਾਫ ਲਿਖਾਵਾਂ ਮੈਂ ਇਹਦੇ ਬਾਰੇ। ਸੋ ਬੈਟਰ ਆ ਕਿ ਆਪਾਂ ਉਹਨੂੰ ਟੈਬੂਲਰ ਫਾਰਮ ਦੇ ਵਿੱਚ ਪੜ੍ਹ ਲਈਏ, ਉਹ ਪੜ੍ਹਨਾ ਈਜ਼ੀ ਹੁੰਦਾ ਸਮਝਣਾ। ਸਿੰਬਲ ਗੋਲਡ ਦਾ ਜਿਹੜਾ ਹੁੰਦਾ AU ਹੁੰਦਾ, ਸਿਲਵਰ ਦਾ AG। ਅਟੋਮਿਕ ਨੰਬਰ ਹੁੰਦਾ ਇਹਦਾ 79, ਸਿਲਵਰ ਦਾ ਹੁੰਦਾ 47। ਅਟੋਮਿਕ ਨੰਬਰ ਤੁਹਾਨੂੰ ਪਤਾ ਨਾ ਕੀ ਚੀਜ਼ ਹੁੰਦੀ ਆ? ਅਟੋਮਿਕ ਨੰਬਰ ਹੁੰਦਾ ਆ ਕਿ ਟੋਟਲ ਕਿੰਨੇ ਇਲੈਕਟ੍ਰੋਨਸ ਨੇ ਮੇਰੇ ਉਹਦੇ ਵਿੱਚ, ਠੀਕ ਆ, ਉਹ ਹੁੰਦਾ ਉਹਦਾ ਅਟੋਮਿਕ ਨੰਬਰ। ਸੋ ਗੋਲਡ ਦੇ ਵਿੱਚ 79 ਇਲੈਕਟ੍ਰੋਨਸ ਹੁੰਦੇ ਆ ਅਤੇ ਸਿਲਵਰ ਦੇ ਵਿੱਚ 47 ਇਲੈਕਟ੍ਰੋਨਸ ਹੁੰਦੇ, ਉਹੀ ਉਹਨਾਂ ਦਾ ਅਟੋਮਿਕ ਨੰਬਰ ਆ। ਅਟੋਮਿਕ ਵੇਟ ਕੀ ਹੁੰਦਾ ਤੁਹਾਨੂੰ ਮੈਂ ਦੱਸਿਆ ਵੀ ਸੀਗਾ, ਜਿਹੜਾ ਫਸਟ ਲੈਕਚਰ ਸੀ ਉਹਦੇ ਵਿੱਚ ਆਪਾਂ ਡਿਸਕਸ ਕੀਤਾ ਸੀ। ਅਟੋਮਿਕ ਵੇਟ ਕੀ ਹੁੰਦਾ? ਟੋਟਲ ਐਟਮ ਦਾ ਜਿਹੜਾ ਵੇਟ ਹੁੰਦਾ। ਅਤੇ ਟੋਟਲ ਐਟਮ ਦਾ ਵੇਟ ਕੀ ਹੁੰਦਾ? ਜਿੰਨੇ ਉਹਦੇ ਵਿੱਚ ਨਿਊਟਰੋਨਸ ਤਾਂ ਜਿੰਨੇ ਉਹਦੇ ਵਿੱਚ ਪ੍ਰੋਟੋਨਸ ਆ, ਉਹਨਾਂ ਦੋਨਾਂ ਦੇ ਵੇਟ ਦਾ ਜਿਹੜਾ ਟੋਟਲ ਹੁੰਦਾ, ਠੀਕ ਆ। ਅਟੋਮਿਕ ਵੇਟ ਹੁੰਦਾ ਵੇਟ ਆਫ ਨਿਊਟਰੋਨਸ ਪਲੱਸ ਵੇਟ ਆਫ ਪ੍ਰੋਟੋਨਸ। ਸੋ ਗੋਲਡ ਦਾ ਹੁੰਦਾ 197 ਅਤੇ ਸਿਲਵਰ ਦਾ ਹੁੰਦਾ 107। ਮੈਲਟਿੰਗ ਪੁਆਇੰਟ ਜਿਹੜਾ ਹੁੰਦਾ ਗੋਲਡ ਦਾ ਜ਼ਿਆਦਾ ਹੁੰਦਾ ਆ, 1063 ਡਿਗਰੀ ਸੈਲਸੀਅਸ ਅਤੇ ਸਿਲਵਰ ਦਾ 960 ਡਿਗਰੀ ਸੈਲਸੀਅਸ। ਬੋਇਲਿੰਗ ਪੁਆਇੰਟ ਜਿਹੜਾ ਹੁੰਦਾ ਉਹ ਵੀ ਗੋਲਡ ਦਾ ਬਹੁਤ ਜ਼ਿਆਦਾ ਹੁੰਦਾ, 2970 ਡਿਗਰੀ ਸੈਲਸੀਅਸ ਅਤੇ ਸਿਲਵਰ ਦਾ ਹੁੰਦਾ 2162 ਸੈਲਸੀਅਸ। ਮੈਲਟਿੰਗ ਪੁਆਇੰਟ ਅਤੇ ਬੋਇਲਿੰਗ ਪੁਆਇੰਟ ਦੋਨਾਂ ਦੇ ਵਿੱਚ ਫਰਕ ਹੁੰਦਾ। ਮੈਲਟਿੰਗ ਪੁਆਇੰਟ ਹੁੰਦਾ ਜਦੋਂ ਮੇਰਾ ਗੋਲਡ ਜਾਂ ਸਿਲਵਰ ਜਿਹੜਾ ਆ ਜਾਂ ਕੋਈ ਵੀ ਮੇਰਾ ਮੈਟਲ ਆ, ਜਦੋਂ ਉਹ ਸੋਲਿਡ ਫਾਰਮ ਤੋਂ ਲਿਕੁਇਡ ਫਾਰਮ ਦੇ ਵਿੱਚ ਆ ਜਾਂਦਾ, ਉਹ ਹੁੰਦਾ ਮੈਲਟਿੰਗ ਪੁਆਇੰਟ। ਅਤੇ ਜਿਹੜਾ ਬੋਇਲਿੰਗ ਪੁਆਇੰਟ ਹੁੰਦਾ ਆ ਜਦੋਂ ਵੀ ਜਿਹੜਾ ਮੇਰਾ ਮੈਲਟ ਹੋਇਆ ਮਟੀਰੀਅਲ ਆ, ਜਿਹੜਾ ਵੀ ਮੇਰਾ ਹੁਣ ਮਟੀਰੀਅਲ ਮੈਲਟ ਹੋ ਗਿਆ ਗਰਮ ਕਰੇ 'ਤੇ, ਜਦੋਂ ਉਹਦੇ ਵਾਟਰ ਵੇਪਰ ਬਣਨੇ ਸ਼ੁਰੂ ਹੋ ਜਾਂਦੇ ਆ, ਉਹ ਹੋਊਗਾ ਉਹਦਾ ਬੋਇਲਿੰਗ ਪੁਆਇੰਟ। ਜਿੱਦਾਂ ਹੁਣ ਪਾਣੀ ਆ, ਪਾਣੀ ਵੈਸੇ ਲਿਕੁਇਡ ਫਾਰਮ ਦੇ ਵਿੱਚ ਆ, ਠੀਕ ਹੈ ਨਾ, ਮੈਲਟ ਹੋਇਆ ਆ, ਜਦੋਂ ਉਹਦੀਆਂ ਆਈਸ ਬਣਾ ਦਾਂਗੇ ਉਹ ਕੀ ਸੋਲਿਡ ਫਾਰਮ ਆ, ਜਦੋਂ ਉਹ ਮੈਲਟ ਹੋ ਗਿਆ
ਉਹ ਪਾਣੀ ਬਣ ਗਿਆ, ਸਿੰਪਲ ਲਿਕੁਇਡ ਬਣ ਗਿਆ, ਉਹ ਹੋ ਗਿਆ ਉਹਦਾ ਮੈਲਟਿੰਗ ਪੁਆਇੰਟ। ਤੇ ਜਿਸ ਪੁਆਇੰਟ ਦੇ ਉੱਪਰ ਪਾਣੀ ਬੋਇਲ ਹੋ ਕੇ ਉਹਦੇ ਵਾਟਰ ਵੇਪਰ ਬਣਨੇ ਸ਼ੁਰੂ ਹੋ ਜਾਂਦੇ ਆ, ਯਾਨੀ ਕਿ ਭਾਫ ਬਣਨੀ ਪਾਣੀ ਦੀ ਸ਼ੁਰੂ ਹੋ ਜਾਂਦੀ ਹੈ, ਉਹ ਹੋਊਗਾ ਬੋਇਲਿੰਗ ਪੁਆਇੰਟ। ਸੇਮ ਹੀ ਇਹਨਾਂ ਦੇ ਕੇਸ ਦੇ ਵਿੱਚ ਵੀ ਹੁੰਦਾ। ਬਾਕੀ ਡੈਂਸਿਟੀ ਹੁੰਦੀ ਹੈ ਵੀ ਕਿੰਨਾ ਸੰਘਣਾ ਆ ਮਟੀਰੀਅਲ, ਠੀਕ ਆ। ਗੋਲਡ ਦੀ ਜਿਹੜੀ ਡੈਂਸਿਟੀ ਹੁੰਦੀ ਆ 19.32 kg ਪਰ ਮੀਟਰ ਸਕੁਅਰ ਕਿਊਬ ਹੁੰਦੀ ਹੈ, ਤੇ ਸਿਲਵਰ ਦੀ ਜਿਹੜੀ ਡੈਂਸਿਟੀ ਹੁੰਦੀ ਹੈ 10.5 kg ਪਰ ਮੀਟਰ ਕਿਊਬ ਹੁੰਦੀ ਹੈ। ਸੋ ਗੋਲਡ ਜਿਹੜਾ ਹੁੰਦਾ ਦੇਖਿਆ ਜਾਵੇ ਤਾਂ ਹੈਵੀ ਹੁੰਦਾ ਐਜ਼ ਡੈਂਸਿਟੀ ਜਿਹੜੀ ਹੁੰਦੀ ਗੋਲਡ ਦੀ ਜ਼ਿਆਦਾ ਹੁੰਦੀ ਆ। ਉਹ ਡੈਂਸਿਟੀ ਤੁਹਾਨੂੰ ਪਤਾ ਜਿੰਨੀ ਜ਼ਿਆਦਾ ਡੈਂਸਿਟੀ ਹੋਊਗੀ ਉਨਾ ਮਟੀਰੀਅਲ ਹੈਵੀ ਹੋਊਗਾ। ਗੋਲਡ ਦੀ ਡੈਂਸਿਟੀ ਜ਼ਿਆਦਾ ਹੁੰਦੀ ਹੈ ਐਜ਼ ਕੰਪੇਅਰ ਟੂ ਸਿਲਵਰ। ਨੈਕਸਟ ਆ ਦੇਖੋ, ਇਹਦੇ ਵਿੱਚ ਮੈਂ ਤੁਹਾਨੂੰ ਇਮੇਜਸ ਸ਼ੋਅ ਕੀਤੀਆਂ, ਜਿੱਦਾਂ ਮੇਰੀ ਚਿਪ ਹੋ ਗਈ, ਇਹਦੇ ਵਿੱਚ ਗੋਲਡ ਆਪਾਂ ਯੂਜ਼ ਕਰਦੇ ਹਾਂ। ਜਿਹੜੇ ਮੋਸਟਲੀ ਬਹੁਤ ਵਧੀਆ ਹੈੱਡਫੋਨਸ ਹੁੰਦੇ ਆ ਨਾ ਆਪਣੇ ਕੋਲ, ਜਿੱਦਾਂ ਸੋਨੀ ਜਾਂ ਹੋਰ ਅਲੱਗ ਕੰਪਨੀਆਂ ਦੇ ਹੋ ਗਏ, ਉਹਨਾਂ ਦੇ ਵਿੱਚ ਜਿਹੜੀਆਂ ਟਿਪਸ ਹੁੰਦੀਆਂ ਨਾ, ਜਿਹੜੀਆਂ ਜੈਕ ਦੀਆਂ ਟਿਪਸ ਹੁੰਦੀਆਂ ਆ, ਉਹ ਵੀ ਗੋਲਡ ਪਲੇਟਡ ਹੁੰਦੀਆਂ। ਗੋਲਡ ਪੂਰੀਆਂ ਗੋਲਡ ਦੀਆਂ ਨਹੀਂ ਬਣੀਆਂ ਹੁੰਦੀਆਂ, ਬਟ ਜਿਹੜੀ ਕੰਡਕਟੀਵਿਟੀ ਆ ਉਹ ਵਧੀਆ ਰਵੇ, ਇਸ ਕਰਕੇ ਆਪਾਂ ਕੀ ਕਰਦੇ ਹਾਂ, ਜਿਹੜੀ ਉਹਦੀ ਟਿਪ ਹੁੰਦੀ ਆ ਨਾ 3.5 mm ਜੈਕ ਆ, ਇਹਦੀ ਜਿਹੜੀ ਟਿਪ ਹੁੰਦੀ ਆ ਇਹਨੂੰ ਗੋਲਡ ਨਾਲ ਪਲੇਟ ਕਰ ਦਿੰਦੇ ਆ। ਮੋਸਟ ਜਿਹੜੇ ਬਹੁਤ ਵਧੀਆ ਹੈੱਡਫੋਨ ਆ ਨਾ, ਉਹਨਾਂ ਦੇ ਵਿੱਚ ਇਸ ਚੀਜ਼ ਦੇਖਣ ਨੂੰ ਮਿਲ ਜਾਂਦੀ ਹੈ। ਤੁਸੀਂ ਨੈੱਟ 'ਤੇ ਜੇ ਕੋਈ ਵਧੀਆ ਹੈੱਡਫੋਨ ਦੀਆਂ ਸਪੈਸੀਫਿਕੇਸ਼ਨ ਚੈੱਕ ਕਰੋਗੇ ਤਾਂ ਉਹਨਾਂ ਨੇ ਸਪੈਸ਼ਲ ਮੈਂਸ਼ਨ ਵੀ ਕੀਤਾ ਹੁੰਦਾ ਉਹਦੇ ਵਿੱਚ ਗੋਲਡ ਟਿਪਡ 3.5 mm ਜੈਕ। ਸਿਮਿਲਰਲੀ ਆ ਇੱਕ ਹੋਰ ਲੀਡ ਹੈਗਾ ਇਹਦਾ ਵੀ, ਜਿਹੜਾ ਜੈਕ ਆ ਇਹਦੇ ਵਿੱਚ ਆਪਾਂ ਸਿਰਫ ਗੋਲਡ ਪਲੇਟਡ ਹੁੰਦਾ, ਪੂਰਾ ਗੋਲਡ ਦਾ ਨਹੀਂ ਬਣਿਆ ਹੁੰਦਾ। ਅਤੇ ਆਹ ਜਿਹੜੀ ਉੱਪਰ ਇਮੇਜ ਆਹ ਵਾਲੀ ਤੁਸੀਂ ਦੇਖ ਰਹੇ ਹੋ, ਇਹ ਹੈ ਮੇਰੇ ਕੋਲ HRC ਫਿਊਜ਼, ਠੀਕ ਆ। ਦੇਖੋ ਇੱਥੇ ਲਿਖਿਆ ਵੀ ਹੋਇਆ, ਜਿੱਦਾਂ ਦੇਖ ਰਿਹਾ ਹੋਊਗਾ ਤਾਂ 500 ਵੋਲਟ AC, 500 ਵੋਲਟ AC ਸਪਲਾਈ ਦਾ 500 ਵੋਲਟ ਦਾ ਫਿਊਜ਼ ਹੁੰਦਾ। ਇਹ ਜਿਹੜੇ ਫਿਊਜ਼ ਹੁੰਦੇ ਆ ਸਬ ਸਟੇਸ਼ਨ ਦੇ ਉੱਪਰ ਹੀ ਆਪਾਂ ਯੂਜ਼ ਕਰਦੇ ਹਾਂ। 80 ਐਂਪੀਅਰ ਦਾ ਫਿਊਜ਼ ਆ ਇਹ। ਆਹ ਦੇਖੋ ਇੱਥੇ ਨਾ ਇਨਗਰੇਵਿੰਗ ਕੀਤੀ ਹੋਈ ਹੈ ਫਿਊਜ਼ ਦੇ ਵਿੱਚ 80 ਐਂਪੀਅਰ। ਸੋ ਆਪਣੇ ਘਰਾਂ ਦੇ ਵਿੱਚ ਤਾਂ ਇੰਨਾ ਲੋਡ ਹੁੰਦਾ ਨਹੀਂ, ਘਰਾਂ ਦੇ ਵਿੱਚ ਤਾਂ ਵੱਧ ਤੋਂ ਵੱਧ ਜੇ ਆਪਾਂ AC ਵੀ ਚਲਾ ਲਈਏ ਤਾਂ 7 ਐਂਪੀਅਰ ਜਾਂ 8 ਐਂਪੀਅਰ ਨਾਰਮਲ ਕਰੰਟ ਹੁੰਦਾ। ਸੋ ਉੱਥੇ ਆਪਾਂ ਇਹ ਫਿਊਜ਼ ਨਹੀਂ ਯੂਜ਼ ਕਰਦੇ, ਇਹ ਫਿਊਜ਼ ਆਪਾਂ ਸਬ ਸਟੇਸ਼ਨ ਦੇ ਉੱਪਰ ਹੀ ਮੋਸਟਲੀ ਯੂਜ਼ ਕਰਦੇ ਹਾਂ। ਸੋ ਇਹ ਕੁਛ ਨਹੀਂ ਹੈ, ਕੇਸਿੰਗ ਆ 2 ਟਰਮੀਨਲ ਆਏ ਦੇ, ਇਹਦੇ ਵਿੱਚ ਕੁਆਰਟਜ਼ ਕ੍ਰਿਸਟਲ ਮਟੀਰੀਅਲ ਹੁੰਦਾ, ਦੇ ਵਿੱਚ ਜਿਹੜੀ ਵਾਇਰ ਹੋਊਗੀ ਇਸ ਪੁਆਇੰਟ ਤੋਂ ਇਸ ਪੁਆਇੰਟ ਤੱਕ ਜਿਹੜੀ ਵਾਇਰ ਕਨੈਕਟ ਹੋਊਗੀ ਉਹ ਸਿਲਵਰ ਦੀ ਬਣੀ ਹੁੰਦੀ ਹੈ। ਸੋ ਇਹ ਸੀਗਾ ਮੇਰਾ ਫਸਟ ਟਾਈਪ ਸੀਗੀ ਗੋਲਡ ਐਂਡ ਸਿਲਵਰ ਲੋ ਰੈਜ਼ਿਸਟਿਵ ਕੰਡਕਟਿੰਗ ਮਟੀਰੀਅਲ ਦੀ। ਨੈਕਸਟ ਮੇਰੇ ਕੋਲ ਆ ਜਾਂਦਾ ਆ ਕਾਪਰ। ਜਿਹੜਾ ਕਾਪਰ ਹੁੰਦਾ ਨਾ, ਇਹ ਬਹੁਤ ਵਧੀਆ ਕੰਡਕਟਰ ਮੰਨਿਆ ਗਿਆ, ਅਤੇ ਆਪਾਂ ਇਹਨੂੰ ਯੂਜ਼ ਵੀ ਕਰਦੇ ਹਾਂ ਬਹੁਤ ਜਗ੍ਹਾ ਦੇ ਉੱਪਰ। ਜਿੰਨੀਆਂ ਵੀ ਆਪਣੀਆਂ ਵਾਈਂਡਿੰਗ ਹੋ ਗਈ ਜਾਂ ਜਿੰਨੀਆਂ ਵੀ ਆਪਣੀਆਂ ਵਾਇਰਸ ਹੋ ਗਈਆਂ, ਇਹ ਸਾਰੀਆਂ ਜਿਹੜੀਆਂ ਹੁੰਦੀਆਂ ਆ ਇਹ ਆਪਾਂ ਕਾਪਰ ਦੀਆਂ ਹੀ ਬਣਾਉਂਦੇ ਹਾਂ, ਠੀਕ ਹੈ। ਯਾਦ ਰੱਖਿਓ ਹਮੇਸ਼ਾ, ਜਿੰਨੀਆਂ ਵੀ ਵਾਈਂਡਿੰਗ ਹੁੰਦੀਆਂ, ਜਿੰਨੀਆਂ ਵੀ ਵਾਇਰਸ ਹੁੰਦੀਆਂ, ਇਹ ਸਾਰੀਆਂ ਆਪਾਂ ਕਾਪਰ ਦੀਆਂ ਹੀ ਬਣਾਉਂਦੇ ਹਾਂ। ਕਾਪਰ ਜਿਹੜਾ ਆ ਬਹੁਤ ਜ਼ਿਆਦਾ ਆਪਣੇ ਕੋਲ ਅਵੇਲੇਬਲ ਹੁੰਦਾ ਨੇਚਰ ਦੇ ਵਿੱਚ। ਜਿਹੜਾ ਮੇਨ ਓਰਸ ਹੁੰਦੀਆਂ ਨਾ ਕਾਪਰ ਦੀਆਂ, ਜਿਨ੍ਹਾਂ ਤੋਂ ਆਪਾਂ ਕਾਪਰ ਨੂੰ ਬਣਾਉਂਦੇ ਹਾਂ, ਕਾਪਰ ਆਪਾਂ ਨੂੰ ਡਾਇਰੈਕਟ ਨਹੀਂ ਮਿਲ ਜਾਂਦਾ ਅਰਥ ਜਿਹੜਾ ਹੁੰਦਾ ਕ੍ਰੈਸਟ ਦੇ ਵਿੱਚੋਂ। ਇਹ ਐਕਚੁਅਲ ਦੇ ਵਿੱਚ ਨਾ ਕੋਰਸ ਹੁੰਦੀਆਂ ਆ, ਅਲੱਗ-ਅਲੱਗ ਤਰ੍ਹਾਂ ਦੀਆਂ ਓਰਸ ਹੁੰਦੀਆਂ, ਜਿਨ੍ਹਾਂ ਨੂੰ ਆਪਾਂ ਮੈਲਟ ਕਰਕੇ ਉਹਨਾਂ ਦੇ ਵਿੱਚੋਂ ਆਪਾਂ ਕੀ ਕਰਦੇ ਹਾਂ, ਇਹਨੂੰ ਐਕਸਟਰੈਕਟ ਕਰਦੇ ਹਾਂ ਕਾਪਰ ਨੂੰ। ਜਿੱਦਾਂ ਮੇਰੇ ਕੋਲ ਸਿਲੀਕੋਨ ਆ, ਐਗਜ਼ਾਮਪਲ ਦੇ ਰਿਹਾ, ਇੱਕ ਜਿਹੜਾ ਸਿਲੀਕੋਨ ਹੁੰਦਾ ਨਾ, ਸਿਲੀਕੋਨ ਨੂੰ ਆਪਾਂ ਮੈਲਟ ਕਰਕੇ ਉਹਦੇ ਵਿੱਚੋਂ ਆਪਾਂ ਮਿੱਟੀ ਜਿਹੜੀ ਹੁੰਦੀ, ਜਿਹੜੀ ਰੇਤ ਹੁੰਦੀ ਆ ਨਾ, ਰੇਤ ਦੇ ਵਿੱਚ ਸਿਲੀਕੋਨ ਹੁੰਦੀ ਆ। ਸੋ ਆਪਾਂ ਕੀ ਕਰਦੇ ਹਾਂ, ਰੇਤ ਨੂੰ ਬਹੁਤ ਜ਼ਿਆਦਾ ਗਰਮ ਕਰਕੇ ਅਤੇ ਉਹਦੇ ਵਿੱਚੋਂ ਜਿਹੜਾ ਸਿਲੀਕੋਨ ਹੁੰਦਾ ਮਟੀਰੀਅਲ ਉਹਨੂੰ ਅਲੱਗ ਕਰਦੇ ਹਾਂ। ਸੋ ਸਿਲੀਕੋਨ ਵੀ ਆਪਾਂ ਨੂੰ ਡਾਇਰੈਕਟ ਨਹੀਂ ਮਿਲਦਾ। ਸਿਮਿਲਰਲੀ ਜਿਹੜਾ ਕਾਪਰ ਹੁੰਦਾ ਇਹ ਵੀ ਡਾਇਰੈਕਟ ਨਹੀਂ ਮਿਲਦਾ ਆਪਾਂ ਨੂੰ। ਇਹ ਓਰਸ ਹੁੰਦੀਆਂ ਆ ਕਿਹਦੀਆਂ ਕਾਪਰ ਦੀਆਂ, ਕਪਰਾਈਟ ਦੀਆਂ ਅਤੇ ਕਾਪਰ ਪਾਇਰਾਈਟ ਦੀਆਂ। ਸੋ ਇਹ ਚੀਜ਼ ਯਾਦ ਰੱਖਿਓ, ਆਪਾਂ ਨੂੰ ਜਿਹੜਾ ਕਾਪਰ ਹੁੰਦਾ ਹੈ ਇਹ ਡਾਇਰੈਕਟਲੀ ਨਹੀਂ ਮਿਲਦਾ, ਇਹ ਓਰਸ ਹੁੰਦੀਆਂ ਕਾਪਰ ਦੀਆਂ, ਜਿਨ੍ਹਾਂ ਦੇ ਵਿੱਚੋਂ ਆਪਾਂ ਐਕਸਟਰੈਕਟ ਕਰਦੇ ਹਾਂ ਕਾਪਰ ਨੂੰ। ਜਿਹੜੀਆਂ ਕਿਹੜੀਆਂ ਹੁੰਦੀਆਂ, ਇੱਕ ਹੁੰਦੀ ਹੈ ਕਪਰਾਈਟ CuO ਐਂਡ ਦੂਸਰੀ ਕਿਹੜੀ ਹੁੰਦੀ ਹੈ ਕਾਪਰ ਪਾਇਰਾਈਟ CuFeS2। ਹੁਣ ਕਾਪਰ ਦੀਆਂ ਪ੍ਰੋਪਰਟੀਜ਼ ਕੀ ਹੁੰਦੀਆਂ, ਯਾਨੀ ਕਿ ਕਿਹੜੀਆਂ ਚੀਜ਼ਾਂ ਆਪਾਂ ਨੂੰ ਉਹਦੇ ਵਿੱਚ ਮਿਲਦੀਆਂ ਆ। ਸੋ ਸਭ ਤੋਂ ਪਹਿਲਾਂ ਹੈ ਲਸਟਰ ਐਂਡ ਰੈੱਡ ਬਰਾਊਨ ਇਨ ਕਲਰ। ਸੋ ਆਹ ਤੁਸੀਂ ਦੇਖ ਸਕਦੇ ਹੋ, ਲਸਟਰ ਦਾ ਮਤਲਬ ਹੁੰਦਾ ਚਮਕੀਲਾ, ਜਿਹਦੇ ਵਿੱਚੋਂ ਆਪਾਂ ਨੂੰ ਥੋੜ੍ਹੀ ਜਿਹੀ ਚਮਕ ਆਉਂਦੀ ਹੋਵੇ। ਜਿੱਦਾਂ ਇੱਕ ਆ ਦੇਖੋ, ਕਾਪਰ ਮਟੀਰੀਅਲ ਦੀ ਮੇਰੇ ਕੋਲ ਪਈ ਹੋਈ ਆ, ਪੂਰਾ ਰੋਲ ਪਿਆ ਹੋਇਆ ਆ। ਸੋ ਇਹਦੇ ਵਿੱਚ ਕੀ ਆ ਦੇਖੋ, ਰੈੱਡ ਬਰਾਊਨਿਸ਼ ਜਿਹਾ ਕਲਰ ਆ ਅਤੇ ਲਸਟਰ ਆ, ਚਮਕੀਲਾ ਆ ਥੋੜ੍ਹਾ ਦੇਖਣ ਨੂੰ। ਨੈਕਸਟ ਹੈ ਸਪੈਸੀਫਿਕ ਗ੍ਰੈਵਿਟੀ। ਸਪੈਸੀਫਿਕ ਗ੍ਰੈਵਿਟੀ ਜਿਹੜੀ ਹੁੰਦੀ ਆ ਕਾਪਰ ਦੀ 8.9 ਹੁੰਦੀ ਆ। ਸਪੈਸੀਫਿਕ ਗ੍ਰੈਵਿਟੀ ਕੀ ਚੀਜ਼ ਹੁੰਦੀ ਆ, ਤੁਹਾਨੂੰ ਥੋੜ੍ਹੀ ਜਿਹੀ ਐਗਜ਼ਾਮਪਲ ਦੇ ਦਿੰਦਾ ਇਹਦੀ। ਜੇ ਤਾਂ ਮੇਰੇ ਕਿਸੇ ਵੀ ਮਟੀਰੀਅਲ ਦੀ ਜਿਹੜੀ ਸਪੈਸੀਫਿਕ ਗ੍ਰੈਵਿਟੀ ਹੋਊਗੀ ਉਹ 1 ਤੋਂ ਘੱਟ ਹੋਊਗੀ, ਤਾਂ ਉਹ ਜਿਹੜਾ ਮੇਰਾ ਮਟੀਰੀਅਲ ਹੋਊਗਾ ਨਾ, ਉਹ ਪਾਣੀ ਦੇ ਸਰਫੇਸ ਦੇ ਉੱਪਰ ਤੈਰੂਗਾ, ਫਲੋਟ ਕਰੂਗਾ। ਅਤੇ ਜੇ ਮੇਰੇ ਕਿਸੇ ਮਟੀਰੀਅਲ ਦੀ ਸਪੈਸੀਫਿਕ ਗ੍ਰੈਵਿਟੀ 1 ਤੋਂ ਜ਼ਿਆਦਾ ਆ, ਤਾਂ ਉਹ ਕੀ ਹੋਊਗਾ, ਵਾਟਰ ਦੇ ਵਿੱਚ ਡੁੱਬ ਜਾਊਗਾ। ਇਸ ਚੀਜ਼ ਨੂੰ ਹਮੇਸ਼ਾ ਯਾਦ ਰੱਖਿਓ।
ਯਾਨੀ ਕਿ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਸਪੈਸੀਫਿਕ ਗ੍ਰੈਵਿਟੀ ਵੀ ਜਿਹੜੀ ਹੈ ਨਾ ਉਹ ਡੈਂਸਿਟੀ ਨੂੰ ਹੀ ਡਿਫਾਈਨ ਕਰਦੀ ਹੈ। ਜਿੰਨਾ ਮੇਰਾ ਮਟੀਰੀਅਲ ਡੈਂਸ ਹੋਊਗਾ ਉਨੀ ਉਹਦੀ ਸਪੈਸੀਫਿਕ ਗ੍ਰੈਵਿਟੀ ਜ਼ਿਆਦਾ ਹੋਊਗੀ ਅਤੇ ਪਾਣੀ ਦੇ ਵਿੱਚ ਕੀ ਹੋਊਗਾ, ਡੁੱਬ ਜਾਊਗਾ। ਜੇ ਇੱਕ ਤੋਂ ਘੱਟ ਆ ਤਾਂ ਪਾਣੀ ਦੇ ਉੱਪਰ ਫਲੋਟ ਕਰੂਗਾ, ਯਾਨੀ ਕਿ ਤੈਰੂਗਾ ਉੱਪਰ। ਜੇ ਇੱਕ ਤੋਂ ਉਹਦੀ ਜ਼ਿਆਦਾ ਹੈ ਸਪੈਸੀਫਿਕ ਗ੍ਰੈਵਿਟੀ ਤਾਂ ਉਹ ਪਾਣੀ ਦੇ ਵਿੱਚ ਡੁੱਬ ਜਾਊਗਾ। ਸੋ ਜਿਹੜਾ ਕਾਪਰ ਹੁੰਦਾ ਇਹਦੀ ਸਪੈਸੀਫਿਕ ਗ੍ਰੈਵਿਟੀ ਜਿਹੜੀ ਹੁੰਦੀ 8.9 ਹੁੰਦੀ ਹੈ। ਮੈਲਟਿੰਗ ਪੁਆਇੰਟ ਇਹਦਾ 1083 ਹੁੰਦਾ, 1083 ਡਿਗਰੀ ਸੈਲਸੀਅਸ। ਬੋਇਲਿੰਗ ਪੁਆਇੰਟ ਜਿਹੜਾ ਹੁੰਦਾ ਹੈ ਉਹ ਇਹਦਾ ਹੁੰਦਾ 2320 ਡਿਗਰੀ ਸੈਲਸੀਅਸ। ਮੈਲਟਿੰਗ ਅਤੇ ਬੋਇਲਿੰਗ ਪੁਆਇੰਟ 'ਚ ਤੁਹਾਨੂੰ ਮੈਂ ਫਰਕ ਦੱਸਿਆ ਵੀ ਕੀ ਹੁੰਦਾ। ਮੈਲਟਿੰਗ ਪੁਆਇੰਟ ਜਦੋਂ ਸੋਲਿਡ ਫਾਰਮ ਤੋਂ ਲਿਕੁਇਡ ਫਾਰਮ ਦੇ ਵਿੱਚ ਆ ਗਿਆ, ਅਤੇ ਬੋਇਲਿੰਗ ਪੁਆਇੰਟ ਜਦੋਂ ਲਿਕੁਇਡ ਫਾਰਮ ਜਿਹੜੀ ਆ ਉਹ ਕੀ ਹੋ ਗਈ, ਵਾਟਰ ਵੇਪਰਸ ਦੇ ਵਿੱਚ ਕਨਵਰਟ ਹੋ ਗਈ। ਨੈਕਸਟ ਆ ਗਿਆ ਹਾਈਲੀ ਮਾਲੇਬਲ ਐਂਡ ਡਕਟਾਈਲ। ਹਾਈਲੀ ਮਾਲੇਬਲ ਐਂਡ ਡਕਟਾਈਲ ਮਾਲੇਬਲ ਐਂਡ ਡਕਟਾਈਲ ਦੋਨੋਂ ਅਲੱਗ-ਅਲੱਗ ਚੀਜ਼ਾਂ। ਮਾਲੇਬਲ ਦਾ ਮਤਲਬ ਹੁੰਦਾ ਕਿ ਇਹਨੂੰ ਆਪਾਂ ਬੀਟ ਕਰਕੇ ਨਾ ਇਹਦੀਆਂ ਪਤਲੀਆਂ ਪਤਲੀਆਂ ਸ਼ੀਟਸ ਬਣਾ ਸਕਦੇ ਹਾਂ ਆਰਾਮ ਦੇ ਨਾਲ। ਅਤੇ ਡਕਟਾਈਲ ਦਾ ਮਤਲਬ ਹੁੰਦਾ ਕਿ ਇਹਨੂੰ ਆਪਾਂ ਕੀ ਕਰ ਸਕਦੇ ਹਾਂ, ਖਿੱਚ ਕੇ ਇਹਦੀਆਂ ਵਾਇਰਸ ਬਣਾ ਸਕਦੇ ਹਾਂ। ਸੋ ਦੋਨੋਂ ਚੀਜ਼ਾਂ 'ਚ ਫਰਕ ਆ। ਸੋ ਇਹਦੀਆਂ ਜੇ ਸ਼ੀਟਸ ਬਣਾਉਣੀਆਂ ਸ਼ੀਟਸ ਵੀ ਬਣਾ ਸਕਦੇ ਹਾਂ, ਜੇ ਵਾਇਰਸ ਬਣਾਉਣੀਆਂ ਵਾਇਰਸ ਵੀ ਬਣਾ ਸਕਦੇ ਹਾਂ। ਬਟ ਮੋਸਟਲੀ ਜਿਹੜਾ ਕਾਪਰ ਹੁੰਦਾ ਨਾ ਇਹਨੂੰ ਆਪਾਂ ਵਾਇਰਸ ਬਣਾਉਣ ਵਾਸਤੇ ਯੂਜ਼ ਕਰਦੇ ਹਾਂ। ਸ਼ੀਟਸ ਐਲੂਮੀਨੀਅਮ ਜਾਂ ਸਟੀਲ ਦੀਆਂ ਬਣਾਉਂਦੇ ਹਾਂ। ਨੈਕਸਟ ਪੁਆਇੰਟ ਆ ਈਜ਼ੀ ਟੂ ਮੇਕ ਅਲੋਏ ਵਿਦ ਕਾਪਰ। ਜੇ ਆਪਾਂ ਕਾਪਰ ਤੋਂ ਕੋਈ ਵੀ ਅਲੋਏ ਬਣਾਉਣੇ ਆ ਤਾਂ ਆਪਾਂ ਨੂੰ ਬਹੁਤ ਈਜ਼ੀ ਹੈ। ਜਿੱਦਾਂ ਬ੍ਰੌਂਜ਼ ਅਤੇ ਬਰਾਸ ਇਹ ਦੋਨੋਂ ਜਿਹੜੇ ਆ ਆਪਣੇ ਕਾਪਰ ਦੇ ਅਲੋਏ ਹੁੰਦੇ ਆ। ਇਹਦੇ ਵਿੱਚ ਬੇਸ ਮਟੀਰੀਅਲ ਕਾਪਰ ਹੁੰਦਾ। ਅਲੋਇਜ਼ ਕੀ ਹੁੰਦੇ ਉਹ ਵੀ ਤੁਹਾਨੂੰ ਮੈਂ ਲਾਸਟ ਲੈਕਚਰ ਦੇ ਵਿੱਚ ਦੱਸਿਆ। ਜੇ ਨਹੀਂ ਪਤਾ ਤੁਸੀਂ ਦੁਬਾਰਾ ਲੈਕਚਰ ਦੇਖ ਕੇ ਕਨਫਰਮ ਕਰ ਸਕਦੇ ਹੋ। ਡਿਊ ਟੂ ਵੈਰੀ ਲੋ ਰੈਜ਼ਿਸਟੈਂਸ ਇਟ ਇਜ਼ ਵੈਰੀ ਗੁੱਡ ਕੰਡਕਟਰ। ਇਹ ਤਾਂ ਤੁਹਾਨੂੰ ਦੱਸਿਆ ਹੀ ਆ, ਦੇਖੋ ਉੱਪਰ ਵੀ ਲਿਖਿਆ ਹੋਇਆ ਬੈਸਟ ਕੰਡਕਟਰ ਆ। ਬੈਸਟ ਕੰਡਕਟਰ ਇਸੇ ਕਰਕੇ ਕਿਉਂਕਿ ਇਹਦੀ ਰੈਜ਼ਿਸਟੈਂਸ ਜਿਹੜੀ ਹੁੰਦੀ ਬਹੁਤ ਘੱਟ ਹੁੰਦੀ ਆ, ਕਰੰਟ ਨੂੰ ਇਹ ਆਪਣੇ ਵਿੱਚੋਂ ਈਜ਼ੀਲੀ ਪਾਸ ਆਊਟ ਕਰ ਦਿੰਦਾ। ਨੈਕਸਟ ਇਟ ਇਜ਼ ਨੋਟ ਅ ਮੈਗਨੈਟਿਕ ਮਟੀਰੀਅਲ। ਇਹ ਵੀ ਇਹਦੀ ਪ੍ਰੋਪਰਟੀ ਆ ਕਿ ਇਹ ਮੈਗਨੈਟਿਕ ਮਟੀਰੀਅਲ ਆ। ਜਿੱਦਾਂ ਆਇਰਨ ਆ, ਆਇਰਨ ਮੇਰਾ ਕੀ ਆ, ਆਇਰਨ ਮੇਰਾ ਮੈਗਨੈਟਿਕ ਮਟੀਰੀਅਲ ਆ। ਉਹ ਕੀ ਆ, ਆਇਰਨ ਦੇ ਨਾਲ ਕੋਲ ਜਦੋਂ ਮੈਗਨੈਟ ਲੈ ਕੇ ਜਾਵਾਂਗੇ ਤਾਂ ਮੈਗਨੈਟ ਉਹਦੇ ਨਾਲ ਕੀ ਹੋਊਗਾ, ਚਿਪਕ ਜਾਊਗਾ। ਬਟ ਜਿਹੜਾ ਕਾਪਰ ਹੋਊਗਾ ਇਹਦੇ ਕੇਸ ਦੇ ਵਿੱਚ ਇਹ ਨਹੀਂ ਹੁੰਦਾ। ਇਹ ਕੀ ਹੈ, ਨੋਨ ਮੈਗਨੈਟਿਕ ਮਟੀਰੀਅਲ ਹੁੰਦਾ ਹੈ। ਇਹੀ ਵਜ੍ਹਾ ਆ ਕਿ ਇਹਨੂੰ ਆਪਾਂ ਜਿਹੜੀਆਂ ਮੋਟਰ ਦੀਆਂ ਵਾਇੰਡਿੰਗਸ ਹੋ ਗਈਆਂ, ਫੈਨ ਦੇ ਵਾਇੰਡਿੰਗ ਜਾਂ ਹੋਰ ਮੋਟਰ ਦੀਆਂ ਵਾਇੰਡਿੰਗਸ ਹੋ ਗਈਆਂ, ਉੱਥੇ ਆਪਾਂ ਇਹਨੂੰ ਕਾਪਰ ਨੂੰ ਯੂਜ਼ ਕਰਦੇ ਹਾਂ ਵਾਇੰਡਿੰਗਸ ਬਣਾਉਣ ਵਾਸਤੇ। ਨੈਕਸਟ ਹੋ ਗਿਆ ਇਟ ਇਜ਼ ਹਾਈਲੀ ਰੈਜ਼ਿਸਟਿਵ ਟੂ ਕਰੋਜਨ। ਹਾਈਲੀ ਰੈਜ਼ਿਸਟਿਵ ਟੂ ਕਰੋਜਨ ਇਹਦੇ ਵਿੱਚ ਕੀ ਹੁੰਦਾ, ਜਦੋਂ ਵੀ ਆਪਾਂ ਨਾ ਕਾਪਰ ਨੂੰ ਐਕਸਪੋਜ਼ ਕਰ, ਵੈਸੇ ਤਾਂ ਜਿਹੜੀਆਂ ਵਾਇਰਸ ਹੁੰਦੀਆਂ ਉਹ PVC ਦੇ ਨਾਲ ਕਵਰ ਕੀਤੀਆਂ ਹੁੰਦੀਆਂ ਆਪਾਂ ਸੇਫਟੀ ਵਾਸਤੇ। ਬਟ ਜੇ ਆਪਾਂ ਉੱਦਾਂ ਇਹਨੂੰ ਐਕਸਪੋਜ਼ ਕਰਦੇ ਹਾਂ ਨਾ ਐਟਮੋਸਫੇਅਰ ਦੇ ਵਿੱਚ, ਤਾਂ ਇਹਦੇ ਉੱਪਰ ਇੱਕ ਕਾਪਰ ਆਕਸਾਈਡ ਦੀ ਲੇਅਰ ਚੜ੍ਹ ਜਾਂਦੀ ਆ ਇਹਦੇ ਆਊਟਰ ਸਰਫੇਸ ਦੇ ਉੱਪਰ, ਜਿਹੜੀ ਕੀ ਕਰਦੀ ਆ ਇਹਨੂੰ ਕਰੋਜਨ ਤੋਂ ਬਚਾਉਂਦੀ ਆ। ਉਹ ਜਿਹੜੀ ਆਕਸਾਈਡ ਦੀ ਲੇਅਰ ਹੁੰਦੀ ਨਾ, ਕਾਪਰ ਆਕਸਾਈਡ ਦੀ ਲੇਅਰ, ਉਹ ਗ੍ਰੀਨ ਕਲਰ ਦੀ ਹੁੰਦੀ। ਤੁਸੀਂ ਕਦੇ ਦੇਖਿਓ ਵੀ ਜੇ ਕਿਸੇ ਨੇ ਰਿੰਗ ਵਗੈਰਾ ਕਾਪਰ ਦੀ ਪਾਈ ਹੋਵੇ ਜਾਂ ਉੱਦਾਂ ਤੁਸੀਂ ਕਾਪਰ ਕਿਤੇ ਬਾਹਰ ਰੱਖਿਆ ਹੋਵੇ ਨਾ, ਉੱਤੇ ਉਹ ਗ੍ਰੀਨਿਸ਼ ਜਿਹਾ ਹੋ ਜਾਂਦਾ ਉੱਪਰ। ਉਹ ਐਕਚੁਅਲ ਦੇ ਵਿੱਚ ਉਹ ਰਸਟ ਨਹੀਂ ਹੁੰਦਾ, ਜੰਗ ਨਹੀਂ ਹੁੰਦਾ, ਉਹ ਕਾਪਰ ਆਕਸਾਈਡ ਦੀ ਇੱਕ ਲੇਅਰ ਹੁੰਦੀ ਹੈ ਜਿਹੜੀ ਇਹਦੇ ਉੱਪਰ ਬਣ ਜਾਂਦੀ ਹੈ। ਨੈਕਸਟ ਪੁਆਇੰਟ ਆਪਣੇ ਕੋਲ ਆ ਜਾਂਦਾ ਟੈਂਸਾਈਲ ਸਟਰੈਂਥ ਇਜ਼ ਅਬਾਊਟ 4 to 8 ਟਨ ਪਰ ਸੈਂਟੀਮੀਟਰ ਸਕੁਏਅਰ। ਯਾਨੀ ਕਿ ਜੇ ਮੈਂ ਕਾਪਰ ਦਾ ਇੱਕ ਸਕੁਏਅਰ ਲਵਾਂ 1 ਸੈਂਟੀਮੀਟਰ ਦਾ, ਤਾਂ 4 ਤੋਂ 8 ਟਨ ਵੇਟ ਜਿਹੜਾ ਆ ਉਹ ਬੜੇ ਆਰਾਮ ਦੇ ਨਾਲ ਸਹਾਰ ਸਕਦਾ। ਇਹ ਹੋ ਗਈ ਉਹਦੀ ਟੈਂਸਾਈਲ ਸਟਰੈਂਥ ਕਿੰਨੀ ਹੈ, 4 ਤੋਂ 8 ਟਨ। ਯਾਨੀ ਕਿ 1 ਸੈਂਟੀਮੀਟਰ ਕਿਊਬ ਦੇ ਉੱਪਰ ਜੇ ਮੈਂ 4 ਤੋਂ 8 ਟਨ ਤੱਕ ਵੇਟ ਪਾਊਂਗਾ ਤਾਂ ਉਹ ਆਰਾਮ ਦੇ ਨਾਲ ਝੱਲ ਸਕਦਾ ਉਸ ਵੇਟ ਨੂੰ, ਉਹ ਆਪਣੀ ਸ਼ੇਪ ਨਹੀਂ ਚੇਂਜ ਕਰੂਗਾ। ਨੈਕਸਟ ਆਉਂਦਾ ਈਜ਼ੀ ਟੂ ਵੈਲਡ ਐਂਡ ਸੋਲਡਰ। ਜੇ ਆਪਾਂ ਕਾਪਰ ਨੂੰ ਵੈਲਡ ਅਤੇ ਸੋਲਡਰ ਕਰਨਾ, ਉਹ ਈਜ਼ੀ ਆ ਸੋਲਡਰ ਕਰਨਾ ਇਹਨੂੰ। ਬਟ ਹਾਂ ਇਹ ਜ਼ਰੂਰ ਪ੍ਰੋਬਲਮ ਵਾਲੀ ਗੱਲ ਆ, ਜੇ ਆਪਾਂ ਵੈਲਡ ਕਰਾਂਗੇ ਜਾਂ ਸੋਲਡਰ ਕਰਾਂਗੇ ਤਾਂ ਓਬਵੀਅਸ ਜੀ ਗੱਲ ਆ ਵੀ ਇਹਨੂੰ ਮੈਲਟ ਤਾਂ ਕਰਾਂਗੇ ਪਹਿਲਾਂ। ਬਟ ਹੁਣ ਕੀ ਹੈ, ਇੱਥੇ ਦਾ ਮੈਲਟਿੰਗ ਪੁਆਇੰਟ ਜਿਹੜਾ ਨਾ ਜ਼ਿਆਦਾ ਆ। ਹਾਂ ਇਹ ਜ਼ਰੂਰ ਆ ਵੀ ਆਪਾਂ ਨੂੰ ਜਿੱਦਾਂ ਐਲੂਮੀਨੀਅਮ ਦੇ ਵਿੱਚ ਕੀ ਆ, ਆਪਾਂ ਨੂੰ ਇੱਕ ਸਪੈਸ਼ਲ ਫਲਕਸ ਯੂਜ਼ ਕਰਨਾ ਪੈਂਦਾ ਆ। ਠੀਕ ਆ, ਫਲਕਸ ਯੂਜ਼ ਕਰਦੇ ਜਦੋਂ ਵੀ ਤੁਸੀਂ ਇਲੈਕਟ੍ਰੋਨਿਕ ਸਰਕਟ ਦੇ ਵਿੱਚ ਕਦੇ ਦੇਖਦੇ ਹੋਵੋਗੇ, ਉਹ ਟਾਂਕਾ ਲਾਉਂਦੇ ਆ ਤਾਂ ਫਲਕਸ ਯੂਜ਼ ਕਰਦੇ ਆ ਪਹਿਲਾਂ ਤਾਂ ਕਿ ਉਹ ਚਿਪਕ ਜਾਵੇ ਨਾਲ। ਇਹਦੇ ਵਿੱਚ ਆਪਾਂ ਨੂੰ ਉੱਦਾਂ ਦਾ ਕੁਛ ਫਲਕਸ ਵਗੈਰਾ ਨਹੀਂ ਯੂਜ਼ ਕਰਦਾ, ਡਾਇਰੈਕਟਲੀ ਇਹਨੂੰ ਆਪਾਂ ਲਾ ਸਕਦੇ, ਸੋਲਡਰ ਕਰ ਸਕਦੇ ਜਾਂ ਵੈਲਡ ਕਰ ਸਕਦੇ ਹਾਂ। ਬਟ ਮੈਲਟਿੰਗ, ਹਾਂ ਮੈਲਟਿੰਗ ਪੁਆਇੰਟ ਦਾ ਜ਼ਿਆਦਾ ਹੋਣ ਕਰਕੇ ਇਹਨੂੰ ਥੋੜ੍ਹਾ ਜਿਹਾ ਪਿਘਲਾਉਣਾ ਮੁਸ਼ਕਿਲ ਹੁੰਦਾ। ਅੱਗੇ ਆਉਂਦਾ ਟਾਈਪਸ ਆਫ ਕਾਪਰ। ਟਾਈਪਸ ਆਫ ਕਾਪਰ ਵੀ ਪੈਰਾਗ੍ਰਾਫ ਬਣਾਉਣ ਦੀ ਬਜਾਏ ਨਾ ਆਪਾਂ ਟੈਬੂਲਰ ਫਾਰਮ ਦੇ ਵਿੱਚ ਇਹਨੂੰ ਪੜ੍ਹਦੇ ਹਾਂ, ਅਤੇ ਲਿਖਿਓ ਵੀ ਟੈਬੂਲਰ ਫਾਰਮ ਦੇ ਵਿੱਚ ਹੀ। ਜੇ ਤੁਹਾਨੂੰ ਐਗਜ਼ਾਮ ਦੇ ਵਿੱਚ ਉਹ ਇਹ ਸਿੰਗਲ ਪੁੱਛ ਲੈਂਦੇ ਆ ਤਾਂ ਤੁਸੀਂ ਇਹ ਪ੍ਰੋਪਰਟੀਜ਼ ਜਿਹੜੀਆਂ ਉਹਨੂੰ ਲਾਈਨ ਵਾਈਜ਼ ਲਾਈਨ ਲਿਖ ਸਕਦੇ ਆ। ਜੇ ਟੈਬੂਲਰ ਬਣਾਉਣਾ ਟੈਬੂਲਰ ਬਣਾ ਸਕਦੇ, ਬਟ ਟੈਬੂਲਰ ਫਾਰਮ ਨੂੰ ਪ੍ਰੈਫਰ ਕਰਿਆ ਕਰੋ, ਤੁਹਾਨੂੰ ਪੁਆਇੰਟਸ ਯਾਦ ਰੱਖਣੇ ਵੀ ਈਜ਼ੀ ਹੋ ਜਾਂਦੇ ਆ। ਬਜਾਏ ਇਹਦੇ ਕਿ ਆਪਾਂ ਇੱਕ ਪੂਰਾ ਪੈਰਾਗ੍ਰਾਫ ਯਾਦ ਕਰਨਾ, ਆਪਾਂ ਪੁਆਇੰਟਸ ਜਿਹੜੇ ਆ ਉਹ ਯਾਦ ਕਰ ਲਈਏ ਤਾਂ ਉਹ ਮੱਚ ਬੈਟਰ ਆ। ਸੋ ਕਾਪਰ ਜਿਹੜਾ ਹੁੰਦਾ ਨਾ, ਦੋ ਤਰ੍ਹਾਂ ਦਾ ਹੁੰਦਾ। ਇੱਕ ਤਾਂ ਹੁੰਦਾ ਹਾਰਡ ਡਰਾਉਨ ਕਾਪਰ ਅਤੇ ਦੂਸਰਾ ਹੁੰਦਾ ਅਨੀਲਡ ਕਾਪਰ। ਇਹ ਤੁਸੀਂ ਅੱਗੇ ਜਾ ਕੇ ਪੜ੍ਹੋਗੇ ਵੀ ਇਹਨਾਂ ਦੇ ਬਾਰੇ, ਹਾਰਡ ਡਰਾਉਨ ਅਤੇ ਅਨੀਲਡ ਕਾਪਰ ਬਾਰੇ।
ਸੋ ਜਨਰਲੀ ਜੇ ਗੱਲ ਕਰੀਏ ਤਾਂ ਜਿਹੜਾ ਹਾਰਡ ਡਰਾਨ ਕਾਪਰ ਹੁੰਦਾ ਨਾ, ਇਹ ਜਿਹੜਾ ਕਾਪਰ ਬਾਰਸ ਹੁੰਦੀਆਂ ਨਾ ਉਹਨੂੰ ਠੰਡਾ ਕਰਕੇ ਬਣਾਉਂਦੇ ਆ ਆਪਾਂ, ਬਹੁਤ ਜ਼ਿਆਦਾ ਠੰਡਾ ਕਰਦੇ ਆ ਉਹਨੂੰ, ਅਤੇ ਜਿਹੜੀ ਮੇਰੇ ਕੋਲ ਫਿਰ ਮਟੀਰੀਅਲ ਬਣਦਾ ਉਹਨੂੰ ਆਪਾਂ ਕਹਿੰਦੇ ਹਾਰਡ ਡਰਾਨ ਕਾਪਰ। ਜਿਹੜਾ ਅਨੀਲਡ ਕਾਪਰ ਹੁੰਦਾ ਆ ਉਹ ਬਣਦਾ ਆ ਕਾਪਰ ਨੂੰ ਗਰਮ ਕਰਕੇ ਇੱਕ ਪਰਟੀਕੂਲਰ ਟੈਂਪਰੇਚਰ 'ਤੇ। ਹਾਰਡ ਡਰਾਨ ਕਾਪਰ 'ਚ ਆਪਾਂ ਕੀ ਕਰਦੇ ਹਾਂ, ਕਾਪਰ ਨੂੰ ਠੰਡਾ ਕਰਦੇ ਹਾਂ, ਕਾਪਰ ਬਾਰਸ ਨੂੰ ਠੰਡਾ ਕਰਦੇ ਹਾਂ। ਅਨੀਲਡ ਕਾਪਰ 'ਚ ਆਪਾਂ ਕੀ ਕਰਦੇ ਹਾਂ, ਉਹਨੂੰ ਇੱਕ ਸਪੈਸੀਫਿਕ ਟੈਂਪਰੇਚਰ ਦੇ ਉੱਪਰ ਆਪਾਂ ਕਰਦੇ ਹਾਂ, ਗਰਮ ਕਰਦੇ ਹਾਂ ਉਹਨੂੰ। ਨੈਕਸਟ ਮੇਰੇ ਕੋਲ ਆ ਜਾਂਦਾ ਮਕੈਨੀਕਲ ਹਾਰਡਨੈਸ। ਜਿਹੜਾ ਹਾਰਡ ਡਰਾਨ ਕਾਪਰ ਆ, ਨਾਮ ਤੋਂ ਹੀ ਪਤਾ ਲੱਗਦਾ ਇਹਦੇ ਵਿੱਚ ਕੀ ਆਉਂਦਾ, ਨਾਮ 'ਚ ਆਉਂਦਾ ਕੀ ਆਉਂਦਾ, ਹਾਰਡ ਆਉਂਦਾ। ਸੋ ਓਬਵੀਅਸ ਜੀ ਗੱਲ ਆ, ਇਹ ਕੀ ਹੋਊਗਾ, ਹਾਰਡ ਹੋਊਗਾ। ਜਿਹੜਾ ਅਨੀਲਡ ਕਾਪਰ ਆ, ਅਨੀਲਡ ਕਾਪਰ ਸੌਫਟ ਹੁੰਦਾ। ਇਸੇ ਕਰਕੇ ਆਪਾਂ ਓਬਵੀਅਸ ਜੀ ਗੱਲ ਹੈ, ਜੇ ਹਾਰਡ ਡਰਾਨ ਕਾਪਰ ਹਾਰਡ ਹੁੰਦਾ ਤਾਂ ਹਾਰਡ ਦੀਆਂ ਤਾਂ ਵਾਇਰ ਬਣਾਉਣੀਆਂ ਵੀ ਮੁਸ਼ਕਿਲ ਹੋਣਗੀਆਂ, ਇਸ ਕਰਕੇ ਇਹਦੀਆਂ ਵਾਇਰ ਨਹੀਂ ਬਣਾ ਸਕਦੇ। ਵਾਇਰ ਕਿਹਦੀਆਂ ਬਣਾਵਾਂਗੇ ਆਪਾਂ, ਅਨੀਲਡ ਕਾਪਰ ਦੀਆਂ। ਇਹਨੂੰ ਆਪਾਂ ਅਲੱਗ ਜਗ੍ਹਾ 'ਤੇ ਯੂਜ਼ ਕਰਾਂਗੇ, ਇਹਨੂੰ ਆਪਾਂ ਕਮਿਊਟੇਟਰ 'ਚ ਯੂਜ਼ ਕਰਦੇ, ਉਹ ਵੀ ਮੈਂ ਤੁਹਾਨੂੰ ਇਮੇਜ ਦਿਖਾਊਂਗਾ ਕਮਿਊਟੇਟਰ ਕੀ ਚੀਜ਼ ਹੁੰਦਾ। ਨੈਕਸਟ ਆਉਂਦੀ ਹੈ ਰਜਿਸਟਿਵਿਟੀ। ਰਜਿਸਟਿਵਿਟੀ ਦੋਨਾਂ ਦੀ ਸੇਮ ਆ, ਬਿਕੋਜ਼ ਹੈ ਤਾਂ ਕਾਪਰ ਹੀ ਆ। ਜਿਹੜਾ ਆਪਾਂ ਇਹਨੂੰ ਇਹ 'ਤੇ ਪ੍ਰੋਸੈਸ ਕੀਤਾ ਹੈ, ਇਹਨੂੰ ਠੰਡਾ ਕਰਨ ਵਾਸਤੇ ਜਾਂ ਇਹਨੂੰ ਗਰਮ ਕਰਨ ਵਾਸਤੇ, ਉਹ ਆਪਾਂ ਇਸ ਕਰਕੇ ਕੀਤਾ ਕਿ ਇਹਦੀ ਮਕੈਨੀਕਲ ਪ੍ਰੋਪਰਟੀ ਜਿਹੜੀ ਹੈ ਥੋੜ੍ਹੀ ਜਿਹੀ ਚੇਂਜ ਹੋ ਜਾਵੇ, ਬਹੁਤ ਨਾ ਚੇਂਜ ਹੋਵੇ, ਥੋੜ੍ਹੀ ਚੇਂਜ ਹੋ ਜਾਵੇ। ਜੇ ਹਾਰਡ ਕਾਪਰ ਨੂੰ ਆਪਾਂ ਅਲੱਗ ਜਗ੍ਹਾ 'ਤੇ ਤਾਂ ਕਿ ਯੂਜ਼ ਕਰ ਸਕੀਏ, ਅਤੇ ਅਨੀਲ ਕਾਪਰ ਜਿਹੜਾ ਹੈ, ਅਨੀਲਡ ਕਾਪਰ ਹੈ, ਇਹਦੀਆਂ ਆਪਾਂ ਵਾਇਰਸ ਬਣਾ ਸਕੀਏ। ਬਟ ਰਜਿਸਟਿਵਿਟੀ ਜਿਹੜੀ ਹੋਊਗੀ ਦੋਨਾਂ ਦੀ ਸੇਮ ਹੋਊਗੀ, ਰਜਿਸਟਿਵਿਟੀ 'ਤੇ ਕੋਈ ਫਰਕ ਨਹੀਂ ਪੈਂਦਾ। ਨੈਕਸਟ ਆਉਂਦਾ ਟੈਂਸਾਈਲ ਸਟਰੈਂਥ। ਹੁਣ ਟੈਂਸਾਈਲ ਸਟਰੈਂਥ ਜਿਹੜੀ ਆ, ਓਬਵੀਅਸ ਜੀ ਗੱਲ ਆ, ਹਾਰਡ ਜੇ ਕੋਈ ਮਟੀਰੀਅਲ ਹਾਰਡ ਆ ਤਾਂ ਉਹਦੀ ਟੈਂਸਾਈਲ ਸਟਰੈਂਥ ਜਿਹੜੀ ਹੋਊਗੀ ਜ਼ਿਆਦਾ ਹੋਊਗੀ, ਅਨੀਲਡ ਕਾਪਰ ਦੀ ਘੱਟ ਹੋਊਗੀ। ਲਾਸਟ ਸਲਾਈਡ ਵੀ ਮੈਂ ਤੁਹਾਨੂੰ ਦਿਖਾਉਣਾ, ਦੇਖੋ ਇੱਥੇ ਵੀ ਨਾ ਟੈਂਸਾਈਲ ਸਟਰੈਂਥ ਜਿਹੜੀ ਹੈ 4 ਤੋਂ 8 ਲਿਖੀ ਹੋਈ ਆ, ਮਤਲਬ ਕਿ ਅਲੱਗ-ਅਲੱਗ ਲਿਖੀ ਹੋਈ ਆ, ਇੱਕ ਪਰਟੀਕੂਲਰ ਵੈਲਿਊ ਨਹੀਂ ਲਿਖੀ ਹੋਈ। ਇਸੇ ਕਰਕੇ ਲਿਖੀ ਆ ਕਿ ਅਨੀਲਡ ਜਿਹੜਾ ਕਾਪਰ ਹੁੰਦਾ ਨਾ, ਉਹਦੀ ਜਿਹੜੀ ਸਟਰੈਂਥ ਹੁੰਦੀ ਹੈ, ਟੈਂਸਾਈਲ ਸਟਰੈਂਥ, ਉਹ 4.5 ਟਨ ਪਰ ਸੈਂਟੀਮੀਟਰ ਸਕੁਅਰ ਹੁੰਦੀ ਆ, ਅਤੇ ਹਾਰਡ ਡਰਾਨ ਦੀ 8.25 ਟਨ ਪਰ ਸੈਂਟੀਮੀਟਰ ਸਕੁਅਰ। ਇਹਦਾ ਮਤਲਬ ਹੁੰਦਾ ਕਿ ਜੇ ਮੈਂ 1 ਸੈਂਟੀਮੀਟਰ ਕਿਊਬ ਦੇ ਉੱਪਰ ਹਾਰਡ ਡਰਾਨ ਕਾਪਰ ਦੇ 8.25 ਟਨ ਵੇਟ ਪਾਊਂਗਾ ਤਾਂ ਕੀ ਹੋਊਗਾ, ਉਹਦੀ ਜਿਹੜੀ ਸ਼ੇਪ ਹੋਊਗੀ ਚੇਂਜ ਹੋਊਗੀ। ਅਨੀਲਡ ਕਾਪਰ ਦੀ ਸ਼ੇਪ ਜਲਦੀ ਚੇਂਜ ਹੋਊਗੀ ਕਿਉਂਕਿ ਇਹ ਕੀ ਹੁੰਦਾ, ਸੌਫਟ ਹੁੰਦਾ। ਨੈਕਸਟ ਆ ਗਿਆ ਡੈਂਸਿਟੀ। ਡੈਂਸਿਟੀ ਮਤਲਬ ਕਿ ਕਿੰਨਾ ਸੰਘਣਾ ਹੈ ਮਟੀਰੀਅਲ, ਉਹਦੇ ਜਿਹੜੇ ਐਟਮਸ ਆ ਕਿੰਨੇ ਸੰਘਣੇ। ਇਹ ਆਲਮੋਸਟ ਸੇਮ ਆ ਦੋਨਾਂ ਦੇ ਵਿੱਚ, ਹਾਰਡ ਡਰਾਨ ਦੇ ਵਿੱਚ ਵੀ ਅਤੇ ਅਨੀਲਡ ਕਾਪਰ ਦੇ ਵਿੱਚ। ਮੈਲਟਿੰਗ ਪੁਆਇੰਟ ਦੇ ਵਿੱਚ ਵੀ ਦੋਨਾਂ ਦੇ ਕੋਈ ਬਹੁਤਾ ਫਰਕ ਨਹੀਂ ਆ। ਵੈਸੇ ਜੇ ਐਵਰੇਜ ਦੇਖਿਆ ਜਾਵੇ ਤਾਂ 1083 ਮੰਨਦੇ ਆ ਆਪਾਂ ਕਾਪਰ ਦਾ। ਦੇਖੋ ਲਾਸਟ ਸਲਾਈਡ ਦੇ ਵਿੱਚ ਦੇਖੋ ਮੈਲਟਿੰਗ ਪੁਆਇੰਟ 1083 ਹੁੰਦਾ ਕਾਪਰ ਦਾ, ਬਟ ਇਹਦੇ ਨਾਲ ਬਹੁਤਾ 1-2 ਡਿਗਰੀ ਦਾ ਫਰਕ ਪੈਂਦਾ, ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਪੈਂਦਾ। ਨੈਕਸਟ ਆਉਂਦਾ ਫਲੈਕਸੀਬਿਲਿਟੀ। ਹੁਣ ਓਬਵੀਅਸ ਜੀ ਗੱਲ ਹੈ, ਜੇ ਮਟੀਰੀਅਲ ਮੇਰਾ ਹਾਰਡ ਆ ਤਾਂ ਉਹ ਬਹੁਤਾ ਫਲੈਕਸੀਬਲ ਨਹੀਂ ਹੋਣਾ, ਉਹਨੂੰ ਮੈਂ ਤੋੜ ਮਰੋੜ ਨਹੀਂ ਸਕਦਾ ਜ਼ਿਆਦਾ। ਫਲੈਕਸੀਬਲ ਦਾ ਮਤਲਬ ਇਹ ਹੁੰਦਾ ਕਿ ਤੋੜ ਮਰੋੜ ਕਿੰਨਾ ਸਕਦਾ ਹੁੰਦਾ। ਸੋ ਇਹ ਜਿਹੜਾ ਹਾਰਡ ਡਰਾਨ ਕਾਪਰ ਹੁੰਦਾ ਨਾ, ਇਹ ਜ਼ਿਆਦਾ ਫਲੈਕਸੀਬਲ ਨਹੀਂ ਹੁੰਦਾ। ਬਟ ਜਿਹੜਾ ਅਨੀਲਡ ਕਾਪਰ ਹੁੰਦਾ ਇਹ ਫਲੈਕਸੀਬਲ ਹੁੰਦਾ ਕਿਉਂਕਿ ਸੌਫਟ ਆ, ਇਹਨੂੰ ਆਪਾਂ ਆਰਾਮ ਦੇ ਨਾਲ, ਡਕਟਾਈਲ ਮਟੀਰੀਅਲ ਹੁੰਦਾ ਹੈ, ਡਕਟਿਲਿਟੀ ਜ਼ਿਆਦਾ ਹੁੰਦੀ ਇਹਦੇ ਵਿੱਚ, ਇਹਨੂੰ ਆਪਾਂ ਆਰਾਮ ਨਾਲ ਖਿੱਚ ਕੇ ਇਹਦੀਆਂ ਵਾਇਰਸ ਵਗੈਰਾ ਬਣਾ ਸਕਦੇ ਹਾਂ। ਜਿੱਦਾਂ ਐਗਜ਼ਾਮਪਲ ਲੈ ਲਓ, ਹੁਣ ਇੱਕ ਮੋਟਾ ਬੰਦਾ ਆ, ਉਹ ਹਾਰਡ ਬੰਦਾ ਆ, ਉਹ ਜ਼ਿਆਦਾ ਐਕਟਿਵ ਨਹੀਂ ਹੋਊਗਾ, ਬਹੁਤਾ ਕੰਮ ਨਹੀਂ ਕਰ ਸਕਦਾ। ਜੇ ਕੋਈ ਪਤਲਾ ਬੰਦਾ, ਉਹ ਭੱਜ ਕੇ ਐਕਟਿਵਲੀ ਕੰਮ ਕਰ ਸਕਦਾ। ਸੇਮ ਹੀ ਇੱਥੇ ਹਾਰਡ ਡਰਾਨ ਕਾਪਰ ਜਿਹੜਾ ਇੰਨਾ ਫਲੈਕਸੀਬਲ ਨਹੀਂ ਹੁੰਦਾ ਕਿਉਂਕਿ ਕੀ ਆ, ਉਹ ਹਾਰਡ ਆ। ਅੱਗੇ ਆ ਜਾਂਦੇ ਮੇਰੇ ਕੋਲ ਐਪਲੀਕੇਸ਼ਨਸ ਆਫ ਕਾਪਰ। ਸੋ ਅਨੀਲਡ ਕਾਪਰ ਜਿਹੜਾ ਹੁੰਦਾ ਹੈ, ਇਹਨੂੰ ਆਪਾਂ ਵਾਇਰਸ ਬਣਾਉਣ ਵਾਸਤੇ ਯੂਜ਼ ਕਰ ਸਕਦੇ ਹਾਂ। ਦੇਖੋ ਵਾਇਰਸ ਹੈਗੀਆਂ ਅਲੱਗ-ਅਲੱਗ ਤਰ੍ਹਾਂ ਦੀਆਂ, 3 ਕੋਰ ਆ, ਜਿਹੜੀ 3 ਕੋਰ ਨਿਕਲੀਆਂ ਇਹਨਾਂ ਨੂੰ 3 ਕੋਰ ਕਹਿ ਦਿੰਦੇ ਆ। ਜਿਹੜੀ ਸਿੰਗਲ ਵਾਇਰ ਹੈ ਇਹਨਾਂ ਨੂੰ ਆਪਾਂ ਸਿੰਗਲ ਕੋਰ ਕਹਿ ਦਿੰਦੇ। ਇਹਦਾ ਅਲੱਗ-ਅਲੱਗ ਕੋਰਸ ਨੇ, ਜਿਹਦੇ ਵਿੱਚ 4 ਤਾਰਾਂ ਨਿਕਲਦੀਆਂ ਆ, 3 ਫੇਸ 1 ਨਿਊਟਰਲ ਦੀ, ਉਹਨੂੰ ਆਪਾਂ 4 ਕੋਰ ਕੇਬਲ ਕਹਿ ਦਿੰਦੇ ਆ। ਜਿਹੜੀ ਘਰਾਂ ਦੀ ਵਾਇਰਿੰਗ ਵਾਸਤੇ ਆਪਾਂ ਯੂਜ਼ ਕਰਦੇ ਹਾਂ, ਇਹ ਸਿੰਗਲ ਕੋਰ ਕੇਬਲ ਯੂਜ਼ ਕਰਦੇ ਹਾਂ, ਆਹ ਵਾਲੀ ਸਿੰਗਲ ਕੋਰ ਕੇਬਲ ਹੁੰਦੀ ਹੈ। ਸੋ ਅਨੀਲਡ ਕਾਪਰ ਜਿਹੜਾ ਹੁੰਦਾ ਸੌਫਟ ਹੁੰਦਾ, ਇਸ ਕਰਕੇ ਇਹਨੂੰ ਆਪਾਂ ਤਾਰਾਂ ਬਣਾਉਣ ਵਾਸਤੇ ਯੂਜ਼ ਕਰਦੇ ਹਾਂ। ਡਕਟਾਈਲ ਵੀ ਇਹ ਜ਼ਿਆਦਾ ਹੁੰਦਾ, ਇਸ ਕਰਕੇ ਇਹਦੀਆਂ ਵਾਇਰਸ ਬਣਾਉਂਦੇ ਹਾਂ ਆਪਾਂ। ਯੂਜ਼ਡ ਫॉर ਮੇਕਿੰਗ ਵਾਈਂਡਿੰਗ ਵਾਇਰ। ਲਾਸਟ ਤੁਹਾਨੂੰ ਇਮੇਜ ਵੀ ਦਿਖਾਈ ਸੀ। ਵਾਈਂਡਿੰਗ ਕੀ ਹੁੰਦੀ ਆ, ਦੇਖੋ ਆ ਤੁਸੀਂ ਸੀ ਪੁਆਇੰਟ ਦੇਖੋ, ਸੀ ਪੁਆਇੰਟ ਵਾਈਂਡਿੰਗ ਆ ਮੇਰੀ ਮੋਟਰ ਦੀ, ਇਹ ਮੋਟਰ ਦੀ ਵਾਈਂਡਿੰਗ ਆ। ਸਿਰਫ ਮੋਟਰ ਦੀ ਨਹੀਂ, ਆਪਾਂ ਫੈਨ ਦੀ ਵਾਈਂਡਿੰਗ ਕਰਨੀ, ਉਹ ਵੀ ਜਿੰਨੀ ਵੀ ਮਤਲਬ ਕਿ ਵਾਈਂਡਿੰਗ ਆਪਣੇ ਕੋਲ ਹੁੰਦੀ ਆ, ਉਹ ਸਾਰੀ ਜਾਂ ਤਾਂ ਕਾਪਰ ਬਾਰ ਦੀ ਹੁੰਦੀ ਆ ਜਾਂ ਫਿਰ ਜਿਹੜੀ ਹੁੰਦੀ ਆ ਕਾਪਰ ਦੀ ਵਾਇਰ ਦੀ ਹੁੰਦੀ ਆ। ਇਹ ਚੀਜ਼ ਯਾਦ ਰੱਖਿਓ। ਟਰਾਂਸਫਾਰਮਰ ਦੇ ਵਿੱਚ ਵੀ ਜਿਹੜੀ ਆਪਣੀ ਵਾਈਂਡਿੰਗ ਹੁੰਦੀ ਆ, ਉਹ ਕਾਪਰ ਦੀ ਹੀ ਹੁੰਦੀ ਆ। ਜਿਹੜੀ ਇੰਡਕਸ਼ਨ ਮੋਟਰ ਹੁੰਦੀ, ਇੰਡਕਸ਼ਨ ਮੋਟਰ ਦੇ ਵਿੱਚ ਕਈ ਵਾਰ ਕਾਪਰ ਵਾਇਰ ਵੀ ਯੂਜ਼ ਕਰ ਲੈਂਦੇ ਆ ਜਾਂ ਫਿਰ ਕਈ ਵਾਰ ਬਾਰ ਵੀ ਯੂਜ਼ ਕਰ ਲੈਂਦੇ ਆ ਕਾਪਰ ਦੀ, ਬਟ ਮੋਸਟਲੀ ਜਿਹੜੀ ਹੁੰਦੀ ਵਾਈਂਡਿੰਗ ਜਿਹੜੀ ਹੁੰਦੀ ਬਣਦੀ ਹਮੇਸ਼ਾ ਕਾਪਰ ਦੀ ਹੈ। ਇਟ ਇਜ਼ ਯੂਜ਼ਡ ਫॉर ਇਲੈਕਟ੍ਰੋਪਲੇਟਿੰਗ ਪਰਪਸ। ਇਲੈਕਟ੍ਰੋਪਲੇਟਿੰਗ ਹੁੰਦਾ ਹੈ ਜਦੋਂ ਆਪਾਂ ਕਿਸੇ ਹੋਰ ਮੈਟਲ ਦੇ ਉੱਪਰ ਕਿਸੇ ਹੋਰ ਮੈਟਲ ਦੀ ਪਰਤ ਚੜਾਉਣੀ ਹੋਵੇ, ਜਿੱਦਾਂ ਗੋਲਡ ਦੀ ਪਲੇਟਿੰਗ ਕਰ ਦਿੰਦੇ ਆਪਾਂ, ਕਹਿੰਦੇ ਗੋਲਡ ਪਲੇਟਡ ਆ ਇਹ ਜੀ। ਗੋਲਡ ਪਲੇਟਡ ਦਾ ਕੀ ਮਤਲਬ ਆ ਕਿ ਥੱਲੇ ਬੇਸ ਮੈਟਲ ਕੁਛ ਹੋਰ ਆ, ਬਟ ਉਹਦੇ ਉੱਪਰ ਕੀ ਕੀਤਾ ਹੋਇਆ ਆਪਾਂ, ਗੋਲਡ ਨੂੰ ਚੜਾਇਆ ਹੋਇਆ। ਸਿਮਿਲਰਲੀ ਕਾਪਰ ਦੀ ਵੀ ਆਪਾਂ ਕੀ ਕਰ ਸਕਦੇ ਹਾਂ, ਪਲੇਟਿੰਗ ਕਰ ਸਕਦੇ ਹਾਂ ਇਲੈਕਟ੍ਰੀਸਿਟੀ ਨੂੰ ਯੂਜ਼ ਕਰਕੇ। ਇਲੈਕਟ੍ਰੀਸਿਟੀ ਨੂੰ ਯੂਜ਼ ਕਰਕੇ ਆਪਾਂ ਕਿਸੇ ਹੋਰ ਬੇਸ ਮਟੀਰੀਅਲ 'ਤੇ ਆਪਾਂ ਕਾਪਰ ਦੀ ਪਲੇਟਿੰਗ ਕਰ ਸਕਦੇ ਹਾਂ।
ਨੈਕਸਟ ਇਟ ਇਜ਼ ਯੂਜ਼ ਟੂ ਪ੍ਰਿਪੇਅਰ ਅਲੋਇਜ਼ ਲਾਈਕ ਬਰਾਸ ਐਂਡ ਬ੍ਰੌਂਜ਼। ਸੋ ਜੇ ਕਾਪਰ ਮੰਨ ਲਓ ਮੇਰਾ ਸੌਫਟ ਆ ਜ਼ਿਆਦਾ, ਮੈਨੂੰ ਹੋਰ ਜ਼ਿਆਦਾ ਹਾਰਡ ਚਾਹੀਦਾ ਹੈ ਮਟੀਰੀਅਲ, ਉਹ ਮੈਨੂੰ ਰੈਜ਼ਿਸਟਿਵਿਟੀ ਦਾ ਮੈਨੂੰ ਕੋਈ ਇੱਦਾਂ ਦਾ ਚੱਕਰ ਨਹੀਂ ਵੀ ਕੰਡਕਟਿਵਿਟੀ ਜ਼ਿਆਦਾ ਹੋਵੇ, ਕੰਡਕਟਿਵਿਟੀ ਘੱਟ ਵੀ ਚੱਲੂਗੀ, ਬਟ ਮੈਨੂੰ ਮਟੀਰੀਅਲ ਜਿਹੜਾ ਆ ਆਪਣਾ ਸੋਲਿਡ ਚਾਹੀਦਾ ਆ। ਸੋ ਉੱਥੇ ਮੈਂ ਕੀ ਕਰੂੰਗਾ, ਉੱਥੇ ਫਿਰ ਮੈਂ ਕਾਪਰ ਦੇ ਅਲੋਇਜ਼ ਬਣਾਉਣਾ ਆ, ਠੀਕ ਆ। ਬਰਾਸ ਤੇ ਬ੍ਰੌਂਜ਼ ਜਿਹੜੇ ਆ ਇਹ ਕਾਪਰ ਦੇ ਅਲੋਇਜ਼ ਆ। ਇਹਦੇ ਬਾਰੇ ਵੀ ਆਪਾਂ ਅੱਗੇ ਬਰਾਸ ਤੇ ਬ੍ਰੌਂਜ਼ ਦੋਨਾਂ ਬਾਰੇ ਆਪਾਂ ਅੱਗੇ ਪੜ੍ਹਾਂਗੇ। ਉਸ ਤੋਂ ਬਾਅਦ ਜਿਹੜਾ ਹਾਰਡ ਡਰਾਉਨ ਕਾਪਰ ਹੁੰਦਾ, ਇਹਨੂੰ ਆਪਾਂ ਯੂਜ਼ ਕਰਦੇ ਹਾਂ ਡੀਸੀ ਮਸ਼ੀਨ ਦੇ ਕਮੂਟੇਟਰ ਬਣਾਉਣ ਦੇ ਵਾਸਤੇ। ਆਹ ਦੇਖੋ, ਆਹ ਜਿਹੜਾ ਪਾਰਟ ਨਾ ਪਿੱਛੇ, ਇਹ ਕਮੂਟੇਟਰ ਆ। ਸਿਮਿਲਰਲੀ ਜਿਹੜੀ ਤੁਹਾਡੀ ਡਰਿਲ ਮਸ਼ੀਨ ਹੁੰਦੀ ਆ ਘਰਾਂ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ ਦੀਵਾਰਾਂ ਦੇ ਵਿੱਚ ਹੋਲਸ ਕਰਨ ਵਾਸਤੇ, ਉਹਦੇ ਵਿੱਚ ਵੀ ਸੇਮ ਇਹ ਕਮੂਟੇਟਰ ਹੁੰਦਾ, ਉਹ ਵੀ ਹਾਰਡ ਡਰਾਉਨ ਕਾਪਰ ਦਾ ਹੀ ਬਣਿਆ ਹੁੰਦਾ। ਤੁਸੀਂ ਦੇਖੋ ਕਦੇ ਮਸ਼ੀਨ ਦੇ ਵਿੱਚ ਜਦੋਂ ਤੁਸੀਂ ਚਲਾਉਂਦੇ ਆ, ਉਹਦੇ ਜਿੱਥੇ ਤੁਸੀਂ ਬਟਨ ਨੂੰ ਪ੍ਰੈਸ ਕਰਦੇ ਆ ਨਾ, ਉਹਦੇ ਉੱਪਰ ਵੈਂਟੀਲੇਸ਼ਨ ਵਾਸਤੇ ਥੋੜ੍ਹੀ ਜਿਹੀ ਗੈਪ ਜਿਹੇ ਬਣੇ ਹੁੰਦੇ, ਤੁਸੀਂ ਦੇਖਿਓ ਉਹਦੇ ਵਿੱਚ ਨਾ ਸਪਾਰਕਿੰਗ ਹੋਊਗੀ। ਸੋ ਇਹਦੇ ਕਰਕੇ ਹੀ ਹੁੰਦੀ ਆ। ਕੀ ਹੁੰਦਾ, ਇਹ ਕਮੂਟੇਟਰ ਹੁੰਦਾ, ਇਹਦੇ ਦੋਨਾਂ ਸਾਈਡ 'ਤੇ ਨਾ ਬਰਸ਼ਿਸ ਲੱਗੇ ਹੁੰਦੇ ਆ, ਅਤੇ ਜਦੋਂ ਵੀ ਆਪਣਾ ਸਪਲਾਈ ਦਿੰਦੇ ਆ ਆਪਾਂ ਇਹਨੂੰ, ਤਾਂ ਕੀ ਹੁੰਦਾ, ਇਹ ਰੋਟੇਟ ਹੁੰਦਾ ਆ, ਠੀਕ ਹੈ। ਇਹ ਰੋਟੇਟ ਹੁੰਦਾ ਆ, ਕੀ ਕਰਦਾ, ਡੀਸੀ ਨੂੰ ਏਸੀ 'ਚ, ਏਸੀ ਨੂੰ ਡੀਸੀ 'ਚ ਕਨਵਰਟ ਕਰਦਾ। ਇਹ ਜਿਹੜਾ ਕਮੂਟੇਟਰ ਹੁੰਦਾ ਡਿਪੈਂਡ ਕਰਦਾ ਜਨਰੇਟਰ ਆ ਕਿ ਮੋਟਰ ਆ। ਸੋ ਇਹ ਜਿਹੜਾ ਕਮੂਟੇਟਰ ਹੁੰਦਾ ਇਹ ਵੀ ਹਾਰਡ ਡਰਾਉਨ ਕਾਪਰ ਦਾ ਬਣਿਆ ਹੁੰਦਾ, ਸਖਤ ਹੁੰਦਾ। ਦੇਖੋ ਇਹ ਸਖਤ ਆ, ਇਹ ਮੁੜ ਨਹੀਂ ਸਕਦਾ ਕਦੀ। ਸੋ ਇਹ ਇਹਦੀਆਂ ਜਿਹੜੀਆਂ ਆ ਇੱਕ ਮੇਨ ਜਿਹੜੀਆਂ ਆ ਐਪਲੀਕੇਸ਼ਨਸ ਆ ਕਾਪਰ ਦੀਆਂ। ਬਾਕੀ ਅਲੋਇਜ਼ ਵੀ ਆਪਾਂ ਇਹਦੇ ਕਾਫੀ ਯੂਜ਼ ਕਰਦੇ ਹਾਂ। ਹੋਰ ਇਸ ਤੋਂ ਇਲਾਵਾ ਆਪਾਂ ਅੰਡਰਗਰਾਊਂਡ ਅਤੇ ਓਵਰਹੈੱਡ ਕੇਬਲਸ ਵੀ ਬਣਾ ਦਿੰਦੇ ਹਾਂ, ਬਟ ਆਪਾਂ ਜਿਹੜੀਆਂ ਕੇਬਲਸ ਹੁੰਦੀਆਂ ਨਾ ਮੋਸਟਲੀ ਜਿਹੜੀਆਂ, ਚਾਹੇ ਉਹ ਅੰਡਰਗਰਾਊਂਡ, ਆਪਣੇ ਪੰਜਾਬ ਦੀ ਜੇ ਮੈਂ ਗੱਲ ਕਰਾਂ, ਪੰਜਾਬ ਦੇ ਵਿੱਚ ਚਾਹੇ ਅੰਡਰਗਰਾਊਂਡ 11 kV ਦੀ ਕੇਬਲ ਆ, 66 kV ਦੀ ਕੇਬਲ ਆ, ਜਾਂ ਓਵਰਹੈੱਡ ਆ, ਉਹ ਆਪਾਂ ਐਲੂਮੀਨੀਅਮ ਦੀਆਂ ਹੀ ਬਣਾਉਂਦੇ ਹਾਂ। ਆਪਾਂ ਕਾਪਰ ਦੀਆਂ ਨਹੀਂ ਯੂਜ਼ ਕਰਦੇ, ਕਿਉਂਕਿ ਕਾਪਰ ਜਿਹੜਾ ਹੁੰਦਾ ਆ ਆਪਾਂ ਨੂੰ ਕੋਸਟਲੀ ਪੈਂਦਾ, ਐਲੂਮੀਨੀਅਮ ਦੇ ਨਾਲੋਂ ਵੱਧ ਕੋਸਟਲੀ ਪੈਂਦਾ। ਓਵਰਹੈੱਡ ਤਾਂ ਆਪਾਂ ਕਦੀ ਵੀ ਨਹੀਂ, ਆਪਣੇ ਤੁਸੀਂ ਦੇਖ ਲਿਓ ਸਿਲਵਰ ਕਲਰ ਦੇ ਹੁੰਦੇ ਆ ਜਿੰਨੇ ਵੀ ਕੰਡਕਟਰ ਹੁੰਦੇ ਆ, ਉਹ ACSR ਕੰਡਕਟਰ ਹੁੰਦੇ ਆ, ਉਹਨਾਂ ਬਾਰੇ ਵੀ ਮੈਂ ਤੁਹਾਨੂੰ ਦੱਸੂੰਗਾ ਕੀ ਚੀਜ਼ ਹੁੰਦੀ ਆ। ਬਟ ਆਪਾਂ ਜਿਹੜਾ ਕਾਪਰ ਹੁੰਦਾ ਇਹਨੂੰ ਨਹੀਂ ਆਪਾਂ ਕਦੀ ਵੀ ਯੂਜ਼ ਕਰਦੇ, ਜਿਹੜਾ ਆਪਣਾ ਕੇਬਲ ਬਣਾਉਣ ਵਾਸਤੇ ਜਾਂ ਕੰਡਕਟਰ ਵਾਸਤੇ। ਨੈਕਸਟ ਮੇਰੇ ਕੋਲ ਆ ਜਾਂਦੇ ਆ, ਦੇਖੋ ਅਲੋਇਸ, ਕਾਪਰ ਦੇ ਅਲੋਏ। ਜਿੱਦਾਂ ਪਿੱਛੇ ਆ ਦੇਖੋ ਐਗਜ਼ਾਮਪਲ ਦੇ ਵਿੱਚ ਵੀ ਤੁਹਾਨੂੰ ਦੱਸਿਆ ਹੋਇਆ ਨਾ ਮੈਂ, ਵੀ ਪ੍ਰਪੇਅਰ ਕਰਦੇ ਹਾਂ ਆਪਾਂ ਇਹਦੇ ਨਾਲ ਅਲੋਇਸ, ਕਾਪਰ ਦੇ ਨਾਲ ਬਰਾਸ ਤੇ ਬ੍ਰੌਂਜ਼ ਬਣਦੇ ਇਹ ਤੋਂ। ਸੋ ਉਹਨਾਂ ਨੂੰ ਵੀ ਡਿਟੇਲ ਦੇ ਵਿੱਚ ਆਪਾਂ ਡਿਸਕਸ ਕਰਦੇ ਹਾਂ। ਜਿਹੜਾ ਸਭ ਤੋਂ ਪਹਿਲਾਂ ਆਪਾਂ ਅਲੋਏ ਡਿਸਕਸ ਕਰਨਾ ਕਾਪਰ ਦਾ, ਉਹ ਹੈਗਾ ਬਰਾਸ। ਹੁਣ ਜਿਹੜਾ ਬਰਾਸ ਆ ਇਹਨੂੰ ਆਪਾਂ ਕਿੱਦਾਂ ਬਣਾਉਂਦੇ ਆ, ਇਹਦੀਆਂ ਕੀ ਕੀ ਪ੍ਰੋਪਰਟੀਜ਼ ਹੁੰਦੀਆਂ। ਬਰਾਸ ਦੇ ਵਿੱਚ 60% ਮੇਰੇ ਕੋਲ ਕਾਪਰ ਹੁੰਦਾ ਅਤੇ 40% ਜ਼ਿੰਕ ਹੁੰਦਾ, ਯਾਨੀ ਕਿ ਬੇਸ ਕੀ ਆ ਇਹਦੇ ਵਿੱਚ, ਬੇਸ ਜਿਹੜਾ ਕਾਪਰ ਆ ਕਿ 60% ਆ। ਸੈਕਿੰਡ ਆਪਾਂ ਜ਼ਿੰਕ ਯੂਜ਼ ਕਰਦੇ ਹਾਂ। ਸੈਕਿੰਡ ਹੈਗਾ ਵੀ ਇਟ ਇਜ਼ ਡਕਟਾਈਲ, ਯਾਨੀ ਕਿ ਇਹਦੀਆਂ ਵੀ ਆਪਾਂ ਵਾਇਰਸ ਬਣਾ ਸਕਦੇ ਹਾਂ। ਦੇਖੋ ਰੋਲ ਵਾਇਰਸ 'ਤੇ ਪਏ ਹੋਏ ਬਹੁਤ ਬਰੀਕ ਬਰੀਕ ਵਾਇਰਸ ਬਣਾਈਆਂ, ਬਟ ਇਹ ਬਹੁਤ ਮਜ਼ਬੂਤ ਵਾਇਰਸ ਹੁੰਦੀਆਂ ਐਜ਼ ਕੰਪੇਅਰ ਟੂ ਨੋਰਮਲ ਕਾਪਰ। ਇਹਦੀ ਰੈਜ਼ਿਸਟਿਵਿਟੀ ਜਿਹੜੀ ਹੋਊਗੀ ਉਹ ਜ਼ਿਆਦਾ ਹੋਊਗੀ, ਰੈਜ਼ਿਸਟਿਵਿਟੀ ਜ਼ਿਆਦਾ, ਮਤਲਬ ਕਿ ਕੰਡਕਟਿਵਿਟੀ ਇਹਦੀ ਕੁਛ ਇੰਨੀ ਵਧੀਆ ਨਹੀਂ ਹੋਊਗੀ, ਬਟ ਇਹ ਮਕੈਨੀਕਲੀ ਬਹੁਤ ਸਟਰੋਂਗ ਹੋਣਗੀਆਂ। ਇਹ ਆਪਾਂ ਉੱਥੇ ਯੂਜ਼ ਕਰ ਸਕਦੇ ਹਾਂ ਜਿੱਥੇ ਆਪਾਂ ਨੂੰ ਹੋਵੇ ਵੀ ਆਪਾਂ ਨੂੰ ਜਿਹੜੀ ਵਾਇਰ ਆ ਉਹ ਸਟਰੋਂਗ ਚਾਹੀਦੀ ਆ, ਕੰਡਕਟਿਵਿਟੀ ਦੀ ਕੋਈ ਪ੍ਰੋਬਲਮ ਨਹੀਂ। ਨੈਕਸਟ ਹੈਗਾ ਕਰੋਜਨ ਰੈਜ਼ਿਸਟੈਂਸ। ਉਹਦਾ ਓਬਵੀਅਸ ਜੀ ਗੱਲ ਆ, ਜ਼ਿੰਕ ਅਤੇ ਕਾਪਰ ਦੋਨੋਂ ਕਰੋਜਨ ਰੈਜ਼ਿਸਟੈਂਸ ਹੁੰਦੇ, ਇਸ ਕਰਕੇ ਇਹਨਾਂ ਨੂੰ ਜੰਗ ਨਹੀਂ ਲੱਗਦਾ। ਈਜ਼ੀਲੀ ਵੈਲਡਡ ਐਂਡ ਸੋਲਡਰਡ, ਈਜ਼ੀਲੀ ਇਹਨੂੰ ਆਪਾਂ ਵੈਲਡ ਜਾਂ ਸੋਲਡਰ ਕਰ ਸਕਦੇ ਹਾਂ, ਕਿਸੇ ਵੀ ਐਕਸਟਰਾ ਫਲਕਸ ਦੀ ਨਹੀਂ ਲੋੜ ਹੈਗੀ। ਇਟ ਹੈਜ਼ ਲੋ ਕੰਡਕਟਿਵਿਟੀ ਬਟ ਹਾਇਰ ਟੈਂਸਾਈਲ ਸਟਰੈਂਥ ਦੈਨ ਕਾਪਰ। ਉਹ ਤਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਇਹਦੀ ਕੰਡਕਟਿਵਿਟੀ ਘੱਟ ਹੀ ਹੋਣੀ ਹੈ, ਕਿਉਂਕਿ ਜਿਹੜਾ ਆਪਾਂ ਜ਼ਿੰਕ ਮਟੀਰੀਅਲ ਦੇ ਵਿੱਚ ਐਡ ਕੀਤਾ ਨਾ 40%, ਜ਼ਿੰਕ ਕੋਈ ਬਹੁਤ ਵਧੀਆ ਆਪਣੇ ਕੋਲ ਕੰਡਕਟਰ ਨਹੀਂ ਹੁੰਦਾ, ਬਟ ਹਾਂ ਜ਼ਿੰਕ ਐਡ ਕਰਨ ਦੇ ਨਾਲ ਕੀ ਹੁੰਦਾ, ਇਹਦੀ ਟੈਂਸਾਈਲ ਸਟਰੈਂਥ ਜਾਂ ਇਹਦੀ ਮਕੈਨੀਕਲ ਸਟਰੈਂਥ ਜਿਹੜੀ ਹੁੰਦੀ ਆ ਉਹ ਬਹੁਤ ਇਨਕਰੀਜ਼ ਹੋ ਜਾਂਦੀ ਹੈ। ਨੈਕਸਟ ਆਪਣੇ ਕੋਲ ਆ ਜਾਂਦਾ ਬਰਾਸ ਨੂੰ ਆਪਾਂ ਯੂਜ਼ ਕਿੱਥੇ ਕਿੱਥੇ ਕਰਦੇ ਹਾਂ। ਬਰਾਸ ਨੂੰ ਆਪਾਂ ਕੰਟੈਕਟ ਸਵਿਚਸ 'ਤੇ ਜਿਹੜੇ ਕੰਟੈਕਟ ਹੁੰਦੇ ਆ, ਸਵਿਚ ਆ ਨਾ ਮੇਰੇ ਕੋਲ, ਮੰਨ ਲਓ ਜਾਂ ਤੁਹਾਡੇ ਕੋਲ 5 ਐਂਪੀਅਰ ਦਾ ਸਵਿਚ ਆ, ਜਦੋਂ ਆਪਾਂ ਉਹਨੂੰ ਓਪਨ ਕਰਾਂਗੇ ਤੁਹਾਨੂੰ ਵਰਕਸ਼ਾਪ 'ਚ ਦਿਖਾਵਾਂਗੇ ਵੀ ਜਦੋਂ ਵੀ ਲੋਕਡਾਊਨ ਓਪਨ ਹੋਣ ਤੋਂ ਬਾਅਦ ਵਰਕਸ਼ਾਪ ਆਪਣੀ ਲੱਗਦੀ ਆ। ਸੋ ਜਿਹੜੇ ਕੰਟੈਕਟ ਹੁੰਦੇ ਆ ਨਾ ਅੰਦਰਲੀ ਸਾਈਡ 'ਤੇ ਜਿਹੜੇ ਕੰਟੈਕਟ ਹੁੰਦੇ ਆ ਉਹ ਜਿਹੜੇ ਹੁੰਦੇ ਆ ਆਪਾਂ ਬਰਾਸ ਦੇ ਵੀ ਬਣਾ ਸਕਦੇ, ਬ੍ਰੌਂਜ਼ ਦੇ ਵੀ ਬਣਾ ਦਿੰਦੇ ਆ ਆਪਾਂ, ਬਰਾਸ ਦੋਨਾਂ 'ਚੋਂ ਕਿਸੇ ਦੇ ਵੀ ਬਣਾ ਸਕਦੇ ਹਾਂ। ਹੋਰ ਇਸ ਤੋਂ ਇਲਾਵਾ ਸੌਕਟਸ ਬਣਾ ਸਕਦੇ ਹਾਂ, ਫਿਊਜ਼ ਹੋਲਡਰ ਬਣਾ ਸਕਦੇ ਹਾਂ ਸਟਾਰਟਰ ਦੇ। ਇਸ ਤੋਂ ਇਲਾਵਾ ਘਰਾਂ ਦੇ ਵਿੱਚ ਬਲੇਡ ਜਾਂ ਨਾਈਫਸ ਬਣਾਉਣੇ ਆ ਉਹ ਵੀ ਬਣਾ ਸਕਦੇ ਹਾਂ, ਅਤੇ ਲੈਂਪ ਹੋਲਡਰ ਵੀ ਆਪਾਂ ਬਣਾ ਸਕਦੇ ਹਾਂ। ਆਹ ਦੇਖੋ ਇੱਕ ਲੈਂਪ ਹੋਲਡਰ ਦੀ ਐਗਜ਼ਾਮਪਲ ਵੀ ਦਿੱਤੀ ਹੋਈ ਆ, ਲੈਂਪ ਹੋਲਡਰ ਵੀ ਆਪਾਂ ਬਣਾਉਂਦੇ ਹਾਂ। ਮੋਸਟਲੀ ਜਿਹੜੇ ਨਾ ਆਪਣੇ ਪੈਡੈਸਟਨ ਟਾਈਪ ਹੁੰਦੇ ਆ, ਪੈਂਡੈਂਟ ਟਾਈਪ ਜਿਹਨਾਂ ਨੂੰ ਸੌਰੀ ਆਪਾਂ ਕਹਿ ਦਿੰਦੇ ਹਾਂ, ਪੈਂਡੈਂਟ ਟਾਈਪ ਜਿਹੜੇ ਹੁੰਦੇ ਆ, ਜਿਹੜੇ ਸਿੰਪਲੀ ਲਮਕਦੇ ਆ, ਕਿਸੇ ਦੀਵਾਰ ਦੇ ਵਿੱਚ ਫਿੱਟ ਨਹੀਂ ਹੁੰਦੇ। ਤੁਸੀਂ ਦੇਖਿਓ ਮੋਹਰਿਓਂ ਉਹ ਹਮੇਸ਼ਾ ਇੱਦਾਂ ਦੇ ਗੋਲਡਨ ਜਿਹੇ ਹੋਣਗੇ, ਅਤੇ ਬੈਕ ਸਾਈਡ 'ਤੇ ਉਹਨਾਂ ਦੇ ਬਲੈਕ ਕਲਰ ਦਾ ਇੱਕ ਕੈਪ ਚੜਿਆ ਹੁੰਦਾ।
ਸੋ ਉਹ ਵੀ ਜਿਹੜਾ ਅੰਦਰਲਾ ਹਿੱਸਾ ਹੁੰਦਾ ਨਾ ਉਹਨਾਂ ਦੇ, ਉਹ ਬਰਾਸ ਦਾ ਹੀ ਬਣਿਆ ਹੁੰਦਾ, ਪਿਛਲਾ ਜਿਹੜਾ ਪਲਾਸਟਿਕ PVC ਦਾ ਕਵਰ ਚੜਾਇਆ ਹੁੰਦਾ। ਬਾਕੀ ਆ ਕੁਛ ਡੈਕੋਰੇਸ਼ਨ ਵਾਸਤੇ ਟੋਗਲ ਸਵਿਚਸ ਵੀ ਹੈਗੇ ਆ ਇਹਦੇ ਵਿੱਚ, ਕੁਛ ਸੌਕਟਸ ਵੀ ਹੈਗੀਆਂ, ਬਟ ਆਪਾਂ ਤਾਂ ਨੋਰਮਲ ਯੂਜ਼ ਕਰਦੇ ਹਾਂ। ਬਟ ਜੇ ਕਿਸੇ ਨੇ ਕੋਈ ਡੈਕੋਰੇਸ਼ਨ ਵਾਸਤੇ ਜਾਂ ਉੱਦਾਂ ਯੂਜ਼ ਕਰਨਾ ਹੋਵੇ ਤਾਂ ਇਹ ਬਹੁਤ ਵਧੀਆ ਚੀਜ਼ ਹੈ, ਕਿਉਂਕਿ ਇਹਨੂੰ ਜ਼ੰਗ ਨਹੀਂ ਲੱਗਦਾ ਅਤੇ ਲਸਟਰ 'ਚ ਇਹਦੀ ਹੁੰਦੀ ਆ ਇਮੇਜ। ਬੈਲ ਸਵਿਚ ਹੈਗੇ ਆ ਇਹਦੇ ਵਿੱਚ, ਸੋ ਕਾਫੀ ਜਗ੍ਹਾ 'ਤੇ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ, ਬਰਾਸ ਨੂੰ ਵੀ ਕਰਦੇ ਵੀ ਆ ਐਕਚੁਅਲ ਦੇ ਵਿੱਚ। ਨੈਕਸਟ ਮੇਰੇ ਕੋਲ ਆ ਜਾਂਦਾ ਹੈ ਬ੍ਰੌਂਜ਼। ਹੁਣ ਜਿਹੜਾ ਬ੍ਰੌਂਜ਼ ਹੁੰਦਾ ਆ ਇਹਦੇ ਵਿੱਚ ਕਾਪਰ ਜ਼ਿਆਦਾ ਯੂਜ਼ ਕਰਦੇ ਆ ਆਪਾਂ ਐਜ਼ ਕੰਪੇਅਰ ਟੂ, ਦੇਖੋ ਇਹਦੇ ਵਿੱਚ ਬਰਾਸ 'ਚ ਕੀ ਸੀਗਾ, ਬਰਾਸ 'ਚ ਆਪਾਂ 60% ਯੂਜ਼ ਕਰਦੇ ਸੀ ਕਾਪਰ, ਬਟ ਇਹਦੇ ਵਿੱਚ ਕਿੰਨਾ, ਇਹਦੇ ਵਿੱਚ ਕਾਪਰ 85% ਯੂਜ਼ ਕਰਦੇ ਆ। ਸੋ ਇੱਥੋਂ ਹੀ ਪਤਾ ਲੱਗਦਾ ਕਿ ਐਜ਼ ਕੰਪੇਅਰ ਟੂ ਬਰਾਸ ਜਿਹੜਾ ਬ੍ਰੌਂਜ਼ ਹੋਊਗਾ ਨਾ, ਇਹਦੀ ਕੰਡਕਟੀਵਿਟੀ ਜਿਹੜੀ ਹੋਊਗੀ ਬਰਾਸ ਨਾਲੋਂ ਵਧੀਆ ਹੋਊਗੀ। ਬ੍ਰੌਂਜ਼ ਦੀ ਕੰਡਕਟੀਵਿਟੀ ਜਿਹੜੀ ਆ ਬਰਾਸ ਨਾਲੋਂ ਵਧੀਆ ਹੋਊਗੀ, ਬਟ ਮਕੈਨੀਕਲ ਸਟਰੈਂਥ ਥੋੜ੍ਹੀ ਜਿਹੀ ਘੱਟ ਹੋਊਗੀ। ਸੋ ਇਹਦੇ ਪ੍ਰੋਪਰਟੀਜ਼ ਦੇ ਵਿੱਚ 85% ਕਾਪਰ ਹੁੰਦਾ, ਇਹ 'ਚ 10% ਜਿਹੜਾ ਹੁੰਦਾ ਟਿਨ ਹੁੰਦਾ, ਅਤੇ 5% ਅਦਰ ਮਟੀਰੀਅਲ ਲਾਈਕ ਕੈਡਮੀਅਮ, ਫਾਸਫੋਰਸ ਜਾਂ ਸਿਲੀਕॉन, ਤਿੰਨਾਂ ਦੇ ਵਿੱਚੋਂ ਕੋਈ ਵੀ ਯੂਜ਼ ਕਰ ਸਕਦੇ ਆ। ਇਹਦੀ ਵੀ ਕੰਡਕਟੀਵਿਟੀ ਘੱਟ ਹੁੰਦੀ ਆ, ਬਟ ਮਕੈਨੀਕਲ ਸਟਰੈਂਥ ਜ਼ਿਆਦਾ ਹੁੰਦੀ ਹੈ, ਇਹ ਵੀ ਕਰੋਜ਼ਨ ਰੈਜ਼ਿਸਟੈਂਸ ਹੁੰਦਾ, ਅਤੇ ਐਪਲੀਕੇਸ਼ਨ ਜਿਹੜੀਆਂ ਹੁੰਦੀਆਂ ਇਹਦੀਆਂ ਸੇਮ ਹੁੰਦੀਆਂ ਐਜ਼ ਬਰਾਸ। ਜੋ ਜਿੱਥੇ ਆਪਾਂ ਬਰਾਸ ਨੂੰ ਯੂਜ਼ ਕਰਦੇ ਹਾਂ ਉੱਥੇ ਆਪਾਂ ਬ੍ਰੌਂਜ਼ ਨੂੰ ਵੀ ਯੂਜ਼ ਕਰ ਲੈਂਦੇ ਹਾਂ, ਬਟ ਹਾਂ ਬ੍ਰੌਂਜ਼ ਜਿਹੜਾ ਹੁੰਦਾ ਆਪਾਂ ਉੱਥੇ ਥੋੜ੍ਹਾ ਜਿਹਾ ਵੱਧ ਯੂਜ਼ ਕਰ ਲੈਂਦੇ ਹਾਂ ਜਿੱਥੇ ਆਪਾਂ ਨੂੰ ਕੰਡਕਟੀਵਿਟੀ ਆਪਣੀ ਥੋੜ੍ਹੀ ਜ਼ਿਆਦਾ ਮੈਟਰ ਕਰਦੀ ਹੋਵੇ, ਜਿੱਥੇ ਆਪਾਂ ਨੂੰ ਮਕੈਨੀਕਲ ਸਟਰੈਂਥ ਵੀ ਚਾਹੀਦੀ ਆ ਬਟ ਕੰਡਕਟੀਵਿਟੀ ਵੀ ਆਪਾਂ ਨੂੰ ਉੱਥੇ ਥੋੜ੍ਹੀ ਜ਼ਿਆਦਾ ਚਾਹੀਦੀ ਆ, ਉੱਥੇ ਆਪਾਂ ਕੀ ਆ ਬ੍ਰੌਂਜ਼ ਵੀ ਯੂਜ਼ ਕਰ ਲੈਂਦੇ ਹਾਂ। ਸੋ ਇਹ ਸੀਗਾ ਆਪਣਾ ਅੱਜ ਦਾ ਟੌਪਿਕ। ਇਹਦੇ ਵਿੱਚ ਆਪਾਂ 2 ਪੜ੍ਹੇ ਆ ਮਟੀਰੀਅਲ ਜਿਹੜੇ ਮੇਨ ਆ, ਇਹਨੂੰ ਤੁਸੀਂ ਦੁਬਾਰਾ ਜੇ ਕੋਈ ਕੁਐਸਚਨ ਵੀ ਹੋਇਆ ਤਾਂ ਤੁਸੀਂ ਪੁੱਛ ਸਕਦੇ ਆ। ਅਤੇ ਬਾਕੀ ਹੁਣ ਅੱਗੇ ਜਿਹੜੇ ਮਟੀਰੀਅਲ ਹੈਗੇ ਆ 2 ਆਪਾਂ ਉਹ ਨੈਕਸਟ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ ਵੀ ਕੀ ਉਹਨਾਂ ਦੀਆਂ ਪ੍ਰੋਪਰਟੀਜ਼ ਹੁੰਦੀਆਂ, ਕਿੱਥੇ ਕਿੱਥੇ ਆਪਾਂ ਯੂਜ਼ ਕਰਦੇ ਹਾਂ ਉਹਨਾਂ ਨੂੰ। ਅਤੇ ਇੱਕ ਆਪਾਂ ਹੋਰ ਬਹੁਤ ਇੰਪੋਰਟੈਂਟ ਅਗਲੇ ਲੈਕਚਰ 'ਚ ਟੌਪਿਕ ਕਰਨਾ ਹੈ, ਜਿਹੜਾ ਕੀ ਹੈ ਕਾਪਰ ਅਤੇ ਐਲੂਮੀਨੀਅਮ ਦੇ ਵਿੱਚ ਡਿਫਰੈਂਸ। ਸੋ ਤੁਸੀਂ ਇਹਨੂੰ ਚੰਗੀ ਤਰ੍ਹਾਂ ਨੋਟਸ ਵੀ ਬਣਾਉਣੇ ਆ ਆਪਣੀਆਂ ਕਾਪੀਆਂ 'ਤੇ, ਅਤੇ ਇੱਕ ਆਪਾਂ ACSR ਵੀ ਜ਼ਰੂਰ ਕਰਾਂਗੇ ਨੈਕਸਟ ਟਾਈਮ। ਥੈਂਕ ਯੂ।